ਮਹਿੰਦਰ ਸਿੰਘ ਤੇ ਰਾਜਾ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੁੱਜੇ ਹੁਕਮ ਨੂੰ ਉਲੰਘ ਕੇ ਇਕਬਾਲ ਸਿੰਘ ਨੂੰ ਰੋਕਣ ਦਾ ਯਤਨ ਨਹੀਂ ਕੀਤਾ ਤੇ ਇੱਕ ਤਨਖਾਹੀਏ ਨੂੰ ਮੀਟਿੰਗ ਦੇ ਵਿੱਚ ਸ਼ਾਮਲ ਕਰਕੇ ਆਪ ਅਹੁਦੇਦਾਰੀਆਂ ਲੈਣ ਦਾ ਯਤਨ ਕੀਤਾ। मगर ਇਹ ਜਿਹੜਾ ਫੈਸਲਾ ਹੋਇਆ ਹੈ ਇਹ ਬਿਲਕੁਲ ਪੂਰ ਸੁਨਿਯੋਜਿਤ ਤਰੀਕੇ ਦੇ ਨਾਲ ਹੋਇਆ। ਇਸ ਤੋਂ ਜ਼ਿਆਦਾ ਮਾਹੌਲ ਕੀ ਖਰਾਬ ਹੋਏਗਾ ਕਿ ਸਿਟਿੰਗ ਐਟ ਗ੍ਰੰਥੀ ਕੰਪਾਊਂਡ ਦੇ ਅੰਦਰ ਉਹਨਾਂ ਦਾ ਕਤਲ ਹੋ ਗਿਆ। एक स्कीम बनी हुई सी कि आह काम इस तरह करने हैं। देखो बड़े दुख की गल उत्थे बड़ा कुछ होया है। पहला जब तक हित साहब दे अंडर दी कमेटी रही आ उत्थे कणक चोरी हुई, उत्थे कई कुछ होया, सोने का घपला होया। उस तो बाद रजिंदर सिंह का कतल होया। कदी साडे जथेदार अकाल तख्त नहीं बोले, कदी इन्हें तलब नहीं किया। हुण 30 तरीक नूं कमेटी बनदी आ, इन्हां ने 2 तरीक नूं चिट्ठी पाती भी ये सारा इलीगल आ, ये पाओ आओ इत्थे आओ। ਉੱਥੇ ਅਸੀਂ ਸਾਰੇ ਜਿਹੜੇ ਸਿੰਘ ਸੀਗੇ ਇਹਨਾਂ ਨੇ ਸੋਚਿਆ ਵੀ ਅਸੀਂ ਅਜੇ ਗੁਰਪੁਰਬ ਤੋਂ ਬਾਅਦ ਜਾਵਾਂਗੇ, ਪਰ ਇਹਨਾਂ ਨੇ ਕਿਹਾ ਨਹੀਂ ਤੁਸੀਂ ਪਹਿਲਾਂ ਆਓ। ਅਸੀਂ ਆ ਗਏ। ਆਉਣ ਤੋਂ ਬਾਅਦ ਪਹਿਲਾਂ ਤੇ ਸਾਨੂੰ ਬਾਹਰ ਬਿਠਾ ਦਿੱਤਾ ਗਿਆ। ਜਿਹੜੇ ਲੀਗਲੀ ਮੈਂਬਰ ਆ ਸਾਡੇ 3 ਬੰਦਿਆਂ ਨੂੰ ਅੰਦਰ ਵਾੜਿਆ ਗਿਆ ਔਰ ਜਿਹੜੇ ਮੈਂਬਰ ਨਹੀਂ ਸੀ ਉਹਨਾਂ ਨੂੰ ਅੰਦਰ ਵਾੜਿਆ ਹੋਇਆ ਸੀ। ਦੇਖੋ ਇੱਕ ਪਾਸਾ ਵੀ ਸੁਣਨ ਦੀ ਬਜਾਏ, ਕੋਈ ਕਿਸੇ ਦੀ ਦਲੀਲ ਸੁਣਨ ਦੀ ਬਜਾਏ ਉੱਥੇ ਇੱਕ ਤਰਫਾ ਸਾਰਾ ਕੁਝ ਕੀਤਾ ਗਿਆ ਆ। ਔਰ ਇਹ ਬੜੇ ਦੁੱਖ ਦੀ ਗੱਲ ਆ ਕਿ ਇੰਨਾ ਵੱਡਾ ਤਖਤ ਜਿਹਦੇ ਉੱਤੇ ਬੜੀ ਆਸਥਾ ਆ। ਅੱਗੇ ਜਿਹੜੇ ਐਲੀਗੇਸ਼ਨ ਇੱਥੇ ਲੱਗਦੇ ਸੀ ਵੀ ਇਹ ਜਿਹੜੇ ਸਾਡੇ ਜਥੇਦਾਰ ਸਾਹਿਬ ਨੇ ਇਹ ਜਸਟ ਇੱਕ ਟੇਪ ਰਿਕਾਰਡ ਨੇ, ਉਹ ਚੀਜ਼ ਹੀ ਅੱਜ ਸਾਨੂੰ ਹੁੰਦੀ ਨਜ਼ਰ ਆ ਰਹੀ ਆ। ਢਿੱਲੋਂ ਸਾਹਿਬ ਅੱਜ ਜਿਹੜਾ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ, ਠੀਕ ਹੈ ਨਾ ਜੀ, ਉਸ ਤੋਂ ਬਾਅਦ ਆਪਾਂ ਇੱਥੇ ਆ ਗਏ ਆ, ਕੀ ਗੱਲ ਰੱਖਣੀ ਚਾਹੁੰਦੇ ਆ ਜੀ ਆਪਾਂ? मैं कहूँगा सारे सीनियर है डॉक्टर साहब ये तो एक्सप्लेन कर देंगे चंगी तरह जी। मेरे को कि मेरा गला है खराब, आवाज़ नहीं निकल रही सब ਤੁਸੀਂ ਸਹਿਮਤ ਹੋਵੋਗੇ जो बोल हाँ हाँ मैं ताई तो बैठे हैं जैसे ठीक है। ऐसा थोड़ी है किसी ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਅਕਾਲ ਤਖਤ ਸਾਹਿਬ ਜਿਹਦਾ ਹੈ ਸੱਚ ਅਸੀਂ ਬਹੁਤ ਸਨਮਾਨ ਕਰਦੇ ਹਾਂ। ਮਗਰ ਇਹ ਜਿਹੜਾ ਫੈਸਲਾ ਹੋਇਆ ਹੈ ਇਹ ਬਿਲਕੁਲ ਪੂਰ ਸੁਨਿਯੋਜਿਤ ਤਰੀਕੇ ਦੇ ਨਾਲ ਹੋਇਆ। ਕਿਉਂਕਿ ਜਿਹੜੀ ਉੱਥੇ ਆਫਿਸ ਵਿੱਚ ਗੱਲਾਂ ਬਾਤਾਂ ਹੋਈਆਂ ਉਹਨਾਂ ਨੇ ਜਿਸ ਤਰ੍ਹਾਂ ਸੱਦੇ ਪੱਤਰ ਦਿੱਤੇ, ਕਹਿਣ ਲੱਗੇ ਕਿ ਬਈ ਜਿਹੜੇ ਮੈਂਬਰ ਰਹਿੰਦੇ ਉਹ ਲੋਕ ਆਣ। ਅਸੀਂ ਉਹਨਾਂ ਨੂੰ ਕਿਹਾ ਕਿ ਬਈ ਇਹ ਸਾਡੇ ਇਹ ਮੈਂਬਰ ਨਹੀਂ ਨੇ ਚਰਨਜੀਤ ਸਿੰਘ ਜੀ ਜਾਂ ਇਹ ਕੋਆਪਟੇਡ ਮੈਂਬਰ ਕੋਈ ਨਹੀਂ, ਸਾਡਾ ਪ੍ਰੋਵੀਜ਼ਨ ਨਹੀਂ ਹੈ ਕਨਸਟੀਟਿਊਸ਼ਨ ਦਾ। ਤੇ ਉਹਨਾਂ ਨੂੰ ਫਿਰ ਉਹਨਾਂ ਨੇ ਨਹੀਂ ਹਟਾਇਆ ਤੇ ਉਹਦੇ ਬਾਅਦ ਜਿਹੜਾ ਹੈ ਕਿ ਜਿਹੜਾ ਦੇਖੋ ਹਰ ਚੀਜ਼ ਜਿਹੜੀ ਹੈ ਵਿਧਾਨ ਦੇ ਨਾਲ ਚੱਲਦੀ ਹੈ। ਵਿਧਾਨ ਦਾ ਜਿਹੜਾ ਹੈ ਕਿ ਉਹਦੇ ਵਿੱਚ 2 ਚੀਜ਼ਾਂ ਨੇ। ਜਿਹੜਾ ਪਟਨਾ ਸਾਹਿਬ ਦਾ ਕਨਸਟੀਟਿਊਸ਼ਨ ਹੈ ਉਹਦੇ 2 ਚੀਜ਼ਾਂ ਨੇ, ਇੱਕ ਰਿਲੀਜੀਅਸ ਮੈਟਰ ਨੇ, ਇੱਕ ਐਡਮਿਨਿਸਟ੍ਰੇਟਿਵ ਮੈਟਰ ਨੇ। ਔਰ ਜਿਹੜਾ ਉੱਥੇ ਪਟਨਾ ਸਾਹਿਬ ਦਾ ਵਿਧਾਨ ਹੈ ਉਹ 1955 ਵਿੱਚ ਜਿਹੜਾ ਹੈ ਰਿਲੀਜੀਅਸ ਐਂਡਾਊਨਮੈਂਟ ਐਕਟ ਦੇ ਤਹਿਤ ਬਣਿਆ। ਇਹ ਜਿਹੜੀ ਹੁਣ ਕਮੇਟੀ ਬਣੀ ਹੈ ਇਸ ਤੋਂ ਪਹਿਲੇ ਕਮੇਟੀ ਨਹੀਂ ਹੁੰਦੀ ਸੀ, ਸਿਰਫ ਡਿਸਟ੍ਰਿਕਟ ਜੱਜ ਇਹਨੂੰ ਕਰਦਾ ਸੀ, ਕੰਟਰੋਲ ਕਰਦਾ ਸੀ। ਔਰ ਬ੍ਰਿਟਿਸ਼ ਇੰਡੀਆ ਪੀਰੀਅਡ ਤੋਂ ਉਸ ਨੂੰ ਕਰਦਾ ਸੀ। ਅੱਜ ਸਥਿਤੀ ਹੈ ਕਿ ਜਿਹੜੇ ਵੀ ਇਹ ਫੈਸਲੇ ਹਨ ਉਹਨਾਂ ਨੂੰ ਕਿਹਾ ਗਿਆ ਵੀ ਚਲੋ ਉੱਥੇ ਦੇ ਕੁਝ ਸੁਧਾਰ ਦੇ ਵਾਸਤੇ ਸਾਨੂੰ ਕਿਹਾ। ਇੱਕ ਤਾਂ ਸਾਡੇ ਕਨਸਟੀਟਿਊਸ਼ਨ ਵਿੱਚ ਇਹ ਲਿਖਿਆ ਕਿ ਅਗਰ ਕਮੇਟੀ ਕਿਸੇ ਚੀਜ਼ ਨੂੰ ਰਿਫਰ ਕਰੇਗੀ ਤੇ ਉਸ ਚੀਜ਼ ਦੇ ਉੱਤੇ ਅਕਾਲ ਤਖਤ ਵਿਚਾਰ ਕਰੇਗਾ, ਉਹਦਾ ਨਿਰਣੇ ਫਾਈਨਲ ਹੋਏਗਾ। ਮਗਰ ਉਸ ਨਿਰਣੇ ਨੂੰ ਵੀ ਡਿਸਟ੍ਰਿਕਟ ਜੱਜ ਦੀ ਅਦਾਲਤ 'ਚ ਚੈਲੰਜ ਕੀਤਾ ਜਾ ਸਕਦਾ ਹੈ। ਇਹ ਜਿਹੜਾ ਮੈਟਰ ਹੈ ਕਿ ਹੁਣ ਤੁਸੀਂ ਕਿਸ ਨੂੰ ਕੱਢੋਗੇ ਕਿਸ ਨੂੰ ਨਹੀਂ ਕੱਢੋਗੇ, ਇਹ ਐਡਮਿਨਿਸਟ੍ਰੇਟਿਵ ਮੈਟਰ ਹੈ ਕੋਈ। ਔਰ ਦੂਸਰੀ ਚੀਜ਼ ਹੈ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹ ਉੱਥੇ ਧਾਰਮਿਕ ਰੂਪ ਵਿੱਚ ਫਾਲੋ ਨਹੀਂ ਹੁੰਦੀ ਹੈ। ਉੱਥੇ ਦੀ ਆਪਣੀ ਮਰਿਆਦਾ ਬਿਲਕੁਲ ਅਲੱਗ ਹੈ। ਉਹ ਮਰਿਆਦਾ ਜਿਹੜੀ ਹੈ ਉਸ ਨੂੰ ਕੋਈ ਵਿਧਾਨ ਦੇ ਹਿਸਾਬ ਨਾਲ ਛੇੜ ਵੀ ਨਹੀਂ ਸਕਦਾ ਕਿਉਂਕਿ ਉਹ ਪੁਰਾਤਨ ਚਲੀ ਆ ਰਹੀ ਹੈ। ਉਹ ਪੁਰਾਤਨ ਮਰਿਆਦਾ ਅਗਰ ਉਹ ਟੁੱਟੇਗੀ ਤਾਂ ਲੋਕਾਂ ਦਾ ਉੱਥੇ ਜਿਹੜਾ ਪਿਆਰ ਉਹ ਵਿਸ਼ਵਾਸ ਹੈ ਉਹ ਜਿਹੜੇ ਸਨਾਤਨ ਦੇ ਲੋਕ ਨੇ ਦੂਸਰੇ ਲੋਕ ਨੇ ਉਹ ਟੁੱਟ ਜਾਏਗਾ। ਅੱਜ ਜਦ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਇਹ ਦੱਸੋ ਕਿ ਇਸ ਤੋਂ ਜ਼ਿਆਦਾ ਮਾਹੌਲ ਕੀ ਖਰਾਬ ਹੋਏਗਾ ਕਿ ਸਿਟਿੰਗ ਐਟ ਗ੍ਰੰਥੀ ਕੰਪਾਊਂਡ ਦੇ ਅੰਦਰ ਉਹਨਾਂ ਦਾ ਕਤਲ ਹੋ ਗਿਆ। ਨਹੀਂ ਸਮਝਿਆ? ਮੈਂ ਉਹਨਾਂ ਨੂੰ ਪੋਸਟਮਾਰਟਮ ਰਿਪੋਰਟ ਵੀ ਦਿੱਤੀ। ਮੈਂ ਕਿਹਾ ਦੇਖੋ ਇਹਦੇ 'ਚ ਉਹਨਾਂ ਨੇ ਇਹ ਦਿੱਤਾ ਕਿ ਇਹਨਾਂ ਦੀ ਹੱਤਿਆ ਹੋਈ ਹੈ, ਸੁਸਾਈਡ ਨਹੀਂ ਹੈ।
ਸੁਸਾਈਡ ਨਹੀਂ ਹੈ ਤੇ ਉਹਦੇ ਉੱਤੇ ਕੋਈ ਨਹੀਂ, ਤੁਹਾਨੂੰ ਕਾਰਵਾਈ ਕਰਨੀ ਚਾਹੀਦੀ ਸੀ। ਸਾਨੂੰ ਕਾਰਵਾਈ ਜੋ ਕਰਨੀ ਹੈ, ਮੈਂ ਉਸ ਟਾਈਮ ਵੀ ਕਮੇਟੀ ਨੂੰ ਕਿਹਾ, ਲੋਂਗੋਵਾਲ ਜੀ ਉੱਥੇ ਬੈਠੇ ਸੀ 5 ਅਗਸਤ ਦੀ ਮੀਟਿੰਗ ਵਿੱਚ, ਮੈਂ ਉਹਨਾਂ ਨੂੰ ਕਿਹਾ ਦੇਖੋ ਇਹ ਮਰਡਰ ਹੈ, ਇਹਦੀ CBI ਜਾਂਚ ਦੀ ਤੁਸੀਂ ਮੰਗ ਕਰੋ। ਉਹ ਮੰਗ ਜਿਹੜਾ ਹੈ ਉਹ ਕੋਈ ਕਰਨ ਨੂੰ ਤਿਆਰ ਨਹੀਂ, ਕਿਉਂਕਿ ਜਿਹੜੇ ਉਸ ਟਾਈਮ ਬੈਠੇ ਲੋਕ ਸੀ ਉਹਨਾਂ ਦਾ ਇਸ ਹੱਤਿਆ ਵਿੱਚ ਦੇ ષੜਯੰਤਰ ਵਿੱਚ ਹਿੱਸਾ ਸੀ। ਜਿਹੜੇ ਲੋਕ ਉਸ ਟਾਈਮ ਬੈਠੇ ਹੋਏ ਸੀ ਉਸ ਦੇ ષੜਯੰਤਰ 'ਚ ਉਹਨਾਂ ਦਾ ਹਿੱਸਾ ਸੀ, ਕਿਉਂਕਿ ਉਹ ਪਹਿਲੇ ਉਹਨਾਂ ਨੂੰ 63 ਸਾਲ ਦੀ ਉਮਰ ਵਿੱਚ ਰਿਟਾਇਰ ਕਰਨਾ ਚਾਹੁੰਦੇ ਸੀ। ਭਾਈ ਰਜਿੰਦਰ ਸਿੰਘ ਜੀ ਨੂੰ ਨਹੀਂ ਕਰ ਪਾਏ, ਗੋਰੇ ਮਸਕੀਨ ਜਦ ਨਹੀਂ ਕਰ ਪਾਏ ਤਾਂ ਉਹਨਾਂ ਨੂੰ ਸੀ ਕਿ ਇੱਦਾਂ ਨੂੰ ਰਸਤੇ ਤੋਂ ਹਟਾਇਆ ਜਾਏ। ਉਹਨਾਂ ਨੂੰ ਇਹ ਜਿਹੜੇ ਤੁਹਾਡੇ ਇੰਦਰਜੀਤ ਸਿੰਘ ਜੀ ਜਿੱਦਾਂ ਨੂੰ ਤਨਖਈਆ ਕੀਤਾ ਜੋ ਕੀਤਾ, ਤੁਸੀਂ ਉਹ ਚਿੱਠੀ ਪੜ੍ਹੋ ਜਿਹੜੀ ਉਹਨਾਂ ਨੇ 5 ਪਿਆਰਿਆਂ ਨੂੰ ਲਿਖੀ ਹੈ। ਮਤਲਬ ਉਹ ਆਦਮੀ ਆਪਣੇ ਨੌਕਰ ਨੂੰ ਵੀ ਨਹੀਂ ਲਿਖਦਾ ਉਤਨੀ ਗੰਦੀ ਚਿੱਠੀ। ਔਰ ਇਹ ਗੱਲ ਕਰਦੇ ਨੇ ਮਰਿਆਦਾ ਦੀ ਕਿ ਉਹ ਚਿੱਠੀ ਪੜ੍ਹੀ ਹੈ ਜਥੇਦਾਰ ਜੀ ਨੇ, 5 ਪਿਆਰਿਆਂ ਨੇ ਪੜ੍ਹੀ ਹੈ। ਇਹ ਦੱਸੋ ਕਿ ਤੁਸੀਂ ਅੱਜ ਦੇ ਫੈਸਲੇ ਨੂੰ ਜਿਹੜਾ ਅੱਜ ਦਾ ਫੈਸਲਾ ਹੈ ਇਹ ਪੋਲੀਟੀਕਲ ਫੈਸਲਾ ਹੈ ਔਰ ਇਹ ਜਿਹੜਾ ਇੱਕ ਪਰਿਵਾਰ ਦੇ ਕਹਿਣ ਦੇ ਉੱਤੇ, ਬਾਦਲ ਪਰਿਵਾਰ ਦੇ ਉਹ ਲੋਂਗੋਵਾਲ ਵਗੈਰਾ ਨੂੰ ਉੱਥੇ ਸਥਾਪਿਤ ਕਰਨ ਵਾਸਤੇ ਦੇਰ ਸਵੇਰ ਜਿਹੜਾ ਹੈ ਇਹ ਉਹਨਾਂ ਦੇ ਪਰਿਵਾਰ ਦੀ ਰਾਜਨੀਤੀ ਨੂੰ ਵਧਾਉਣ ਵਾਸਤੇ ਇਹ ਫੈਸਲਾ ਬਿਲਕੁਲ ਸੁਨਿਯੋਜਿਤ ਤਰੀਕੇ ਨਾਲ ਕੀਤਾ ਗਿਆ। ਔਰ ਜਿਹੜੀ ਧਾਰਮਿਕ ਚੀਜ਼ਾਂ ਨੇ, ਧਾਰਮਿਕ ਉੱਥੇ ਦਾ ਜਿਹੜਾ ਸਾਡੇ ਉੱਥੇ ਦੇ ਕਨਸਟੀਟਿਊਸ਼ਨ ਵਿੱਚ ਹੈ ਕਿ ਉੱਥੇ ਦੇ ਜਿਹੜੇ ਉਹ ਨੇ ਜਥੇਦਾਰ ਨੇ ਉਹ ਨੇ ਉਹ ਉੱਥੇ ਦੀ ਮਰਿਆਦਾ ਰਿਚੁਅਲਸ ਨੂੰ ਦੇਖਣਗੇ। ਮੈਂ ਕਨਸਟੀਟਿਊਸ਼ਨ ਲੈਣ ਵਾਸਤੇ ਭੇਜਿਆ, ਉਹਦਾ ਜਿਹੜਾ ਉਹ ਦੇਖਣਗੇ ਤੇ ਉੱਥੇ ਦੀ ਮਰਿਆਦਾ ਹੁਣ ਇੱਥੇ ਤੋਂ ਜਿਹੜੇ ਸੀ ਉੱਥੇ ਹਿੱਤਜੀ ਜੀ ਦੀ ਡੈਥ ਹੋ ਗਈ। ਤੁਸੀਂ ਹਿੱਤਜੀ ਦਾ ਜਿਹੜਾ ਉਹਨਾਂ ਦੀ ਮੌਤ ਤੋਂ ਪਹਿਲੇ ਇੰਟਰਵਿਊ ਪੜ੍ਹਿਆ, ਤੁਸੀਂ ਨਹੀਂ ਸੁਣਿਆ? ਤੁਸੀਂ ਸੁਣਿਆ ਨਹੀਂ ਸੁਣਿਆ ਜੀ? ਤੁਹਾਡੇ ਕੋਲ ਰਣਜੀਤ ਸਿੰਘ ਦੇ ਬਾਰੇ ਕਿਹਾ ਉਹਨਾਂ ਨੇ, ਜਿਹੜਾ ਗਿਆਨੀ ਰਣਜੀਤ ਸਿੰਘ ਦੇ ਬਾਰੇ ਕਹੀ ਉਹਨਾਂ ਨੇ ਗੱਲ, ਗੋਹਰੇ ਦੇ ਵਾਸਤੇ। ਹਾਂ, ਉਹ ਕਿਸ ਤਰ੍ਹਾਂ ਉਹ ਦੋ ਡਬਲ ਰਸੀਦਾਂ, ਸੋਨੇ ਦੀ ਹੈਰਾ ਫੇਰੀ, ਦੂਸਰੀ ਹੈਰਾ ਫੇਰੀ ਤੁਹਾਡੇ ਪਰ ਕੋਲ ਲੱਗਦਾ ਤੁਹਾਨੂੰ ਉਹ ਸੋਨੇ ਦੀ ਹੇਰਾ ਫੇਰੀ ਹੋਈ ਸੀ ਕਿਉਂਕਿ ਸਮਰਾ ਸਾਹਿਬ ਨੇ ਡਾਇਰੈਕਟ ਜਿਹੜਾ ਸਮਾਨ ਹੈ ਉੱਥੇ ਤਖਤ ਸਾਹਿਬ ਤੇ ਦਿੱਤਾ ਸੀ, ਪਟਨਾ ਸਾਹਿਬ ਤੇ, ਪਰ ਹੇਰਾ ਫੇਰੀ ਕਿੱਥੋਂ ਹੋ ਗਈ? ਮੇਰੀ ਬੇਨਤੀ ਹੈ, ਮੇਰੀ ਸੋਢੀ ਜੀ ਨਾਲ ਗੱਲਬਾਤ ਹੋਈ ਸੀ। ਇਹ ਜਿਹੜੀ 5 ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਟਾਈਮ ਹਿੱਤੂ ਜੀ ਦੇ ਰਣਜੀਤ ਸਿੰਘ ਗੋਰੇ ਨਾਲ ਬਹੁਤ ਅੱਛੇ ਸੰਬੰਧ ਹੈ। ਇਹ ਕਮੇਟੀ ਬਣਾਈ ਗਈ ਸੀ ਰਣਜੀਤ ਸਿੰਘ ਗੋਰੇ ਨੂੰ ਬਚਾਉਣ ਦੇ ਵਾਸਤੇ। ਤੇ ਸੋਢੀ ਜੀ ਨਾਲ ਮੇਰੀ ਗੱਲ ਹੋਈ, ਉਹ ਕਹਿਣ ਲੱਗੇ ਕਿ ਸਮਾਨ ਇਸ ਨੇ ਦਿੱਤਾ ਸੀ। ਮੈਂ ਕਿਹਾ ਇਹਨੇ ਦਿੱਤਾ? ਮੈਂ ਕਿਹਾ ਟੀਵੀ ਦੇ ਉੱਤੇ ਇਹਨੇ ਬੋਲਿਆ ਸੀ ਮੈਂ ਤਾਂ ਸੋਨਾ ਦਿੱਤਾ, ਟੀਵੀ ਦੇ ਉੱਤੇ ਬੋਲਿਆ ਸੀ ਮੈਂ ਇਤਨਾ ਪੈਸਾ ਦਿੱਤਾ, ਉਹਨੇ ਸਮਾਨ ਦਿੱਤਾ। ਅਗਰ ਸੋਨੇ ਉਹ ਪੈਸੇ ਦੀ ਚੀਜ਼ ਸੀ ਤੇ ਇਹਨਾਂ ਨੂੰ ਚੈੱਕ ਕਰਾ ਕੇ ਬੋਲਣਾ ਚਾਹੀਦਾ ਸੀ। ਚਾਹੇ ਉਹ ਇੱਕ ਗਲਤੀ ਹੋ ਸਕਦੀ ਹੈ, ਉਹ ਗਲਤੀ ਨਹੀਂ ਹੈ, ਪਰ ਕਿਸੇ ਵੀ ਸ਼ਰਧਾਵਾਨ ਦੀ ਜਿਹੜੀ ਆ ਚੀਜ਼ ਜਿਹਨੂੰ ਚੜਾਈ ਜਾਂਦੀ ਹੈ ਉਹਦਾ ਮੁੱਲ ਜਿਹੜਾ ਹੈਗਾ ਜੀ, ਮੁੱਲ ਦਾ ਜਿਹੜਾ ਹੈਗਾ ਜਾਂ ਤੇ ਉਹ ਬਿੱਲ ਦੇ ਦੇਵੇ ਤੇ ਪਰ ਫਿਰ ਨਹੀਂ ਬਿੱਲ ਦਾ ਇਹਨਾਂ ਨੇ ਲਾਈਵ ਪ੍ਰੋਗਰਾਮ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੀ ਤਦ ਇਹਨਾਂ ਨੇ ਕਿਹਾ ਕਿ 5 ਕਰੋੜ ਦਾ ਇਹ ਪਲੰਗ ਬਣਿਆ। ਮੈਂ 5 ਤਰੀਕ ਦੀ ਮੀਟਿੰਗ ਵਿੱਚ ਕਿਹਾ ਲੋਂਗੋਵਾਲ ਜੀ ਨੂੰ ਉਹਦੀ ਤਨਖਾਹ ਵਧਾਉਣ ਵਾਸਤੇ ਬਹੁਤ ਦਬਾਅ ਪਾ ਰਹੇ ਸੀ ਲੋਂਗੋਵਾਲ ਜੀ, ਰਣਜੀਤ ਗੋਰੇ ਦੀ। ਮੈਂ ਇਹਨਾਂ ਨੂੰ ਕਿਹਾ ਤੁਸੀਂ ਉੱਠੋ, ਅਗਰ 10 ਗ੍ਰਾਮ ਸੋਨਾ ਇਹਦੇ 'ਚ ਹੋਏਗਾ ਮੈਂ ਅਸਤੀਫਾ ਦੇ ਕੇ ਚਲਾ ਜਾਵਾਂਗਾ। ਤੇ ਉਹ ਤੇ ਜਿਹੜਾ ਕਿ ਅਗਰ ਮੈਂ ਤੁਹਾਨੂੰ ਕੋਈ ਚੀਜ਼ ਦਿੰਦਾ ਹਾਂ ਤੇ ਤੁਸੀਂ ਉਸ ਨੂੰ 10 ਆਦਮੀਆਂ ਨੂੰ ਦਿਓ ਤੇ ਤੁਹਾਨੂੰ ਚੈੱਕ ਕਰਾਉਣੀ ਚਾਹੀਦੀ ਨਾ। ਤੇ ਉਹਦਾ ਜਿਹੜਾ ਅਗਰ ਉਹ ਚਾਹੇ ਹਿੱਤ ਹੈ ਇਹਨੇ ਲਾਈਵ ਪ੍ਰੋਗਰਾਮ ਦੇ ਉੱਤੇ ਇੰਨੇ ਕਰੋੜ ਦਾ ਮੈਂ ਕੀਤਾ, ਇੰਨੇ ਕਰੋੜ ਦਾ ਮੈਂ ਕੀਤਾ। ਫਿਰ ਹੁਣ ਦੇਖੋ ਤੁਸੀਂ ਕਿ ਉਹਦੇ ਬਾਅਦ ਜਿਹੜਾ ਕਿ ਜਦ ਵੀ ਕੋਈ ਚੀਜ਼ ਹੁੰਦੀ ਹੈ ਉਹ ਕੈਮਰੇ ਨੂੰ ਹਟਵਾ ਦਿੰਦੇ ਨੇ, ਉਹ ਕਰ ਦਿੰਦੇ ਨੇ। ਪਰ ਡਾਕਟਰ ਸਾਹਿਬ ਤੁਹਾਡੀ ਗੱਲ ਨੂੰ ਮੰਨ ਗਿਆ ਇਸ ਗੱਲ ਨੂੰ, ਪਰ ਡਾਕਟਰ ਸਮਰਾ ਕਹਿ ਰਿਹਾ ਗੋਰੇ ਮਸਕੀਨ ਖਾ ਗਿਆ, ਜਦ ਕਿ ਜਿਹੜੀ ਚੀਜ਼ ਲਿਆਂਦੀ ਗਈ ਡਾਇਰੈਕਟ ਉੱਥੇ ਰੱਖ ਦਿੱਤੀ ਗਈ, ਫਿਰ ਗੋਰੇ ਮਸਕੀਨ ਕਿੱਥੋਂ ਖਾ ਗਿਆ? देखो ऐसा क्या होए, एक सेकंड रुक जाओ। जब तनखैया होए गोरे मस्कीन जी ਉਹਦੇ ਬਾਅਦ ਇਹਨਾਂ ਨੇ 680 ਗ੍ਰਾਮ ਸੋਨਾ ਜਮ੍ਹਾਂ ਕੀਤਾ। ਕਿਹਨੇ ਕੀਤਾ? ਗੋਰੇ ਨੇ। ਅੱਛਾ, ਇਹਨੂੰ ਇੰਦਰਜੀਤ ਸਿੰਘ ਨੂੰ ਕਿੱਥੋਂ ਲਿਆ ਕੇ ਕੀਤਾ? ਉਹ ਪਿਆ ਸੀ ਉਹਦੇ ਕੋਲ ਅੱਛਾ ਜੀ। ਤੇ ਉਹ ਲੋਕਾਂ ਦਾ ਸੀ ਕਿ ਉਹ 1.5 ਕਿਲੋ ਸੀ ਔਰ ਇਹਨੇ ਕੋਈ ਲੱਖ ਰੁਪਏ ਜਮ੍ਹਾਂ ਕੀਤੇ। ਔਰ ਉਹਨੇ ਜਿਹੜਾ ਹੈ ਕਿ ਹਿੱਤ ਜੀ ਨੇ ਕਿਹਾ ਡੈਥ ਤੋਂ ਪਹਿਲੇ ਕਿ ਇਹਨੇ ਡੁਪਲੀਕੇਟ ਰਸੀਦ ਛਪਾਈ ਸੀ, ਇਹਨੇ ਆਪਣੇ ਅਕਾਊਂਟ ਨੰਬਰ ਦਿੱਤੇ ਹੋਏ ਸੀ। ਔਰ ਜਿਹੜਾ ਹੈ ਕਿ ਜਦ ਇਹਨੇ 680 ਇਹਨੂੰ ਕਿਹਨੇ ਅਧਿਕਾਰ ਦਿੱਤਾ ਸੀ ਕਿ ਸੋਨਾ ਆਪਣੇ ਕੋਲ ਰੱਖੇ। ਪਰ ਇੰਨਾ ਲੰਮਾ ਸਮਾਂ ਇਹ ਵਿਵਾਦ ਚੱਲਦਾ ਰਿਹਾ, ਤੁਸੀਂ ਇਸ ਨੂੰ ਅਕਾਲ ਤਖਤ ਤੇ ਕਿਉਂ ਨਹੀਂ ਲਿਆਂਦੇ? ਜੀ ਅਕਾਲ ਤਖਤ ਤੇ ਫਿਰ ਇਸ ਤਰ੍ਹਾਂ ਦਾ ਇਨਸਾਫ ਨਹੀਂ ਦਿੰਦਾ ਨਾ। ਉੱਥੇ ਅਕਾਲ ਤਖਤ ਦੇ ਹਾਂਜੀ ਜੋਗ ਸਾਹਿਬ, ਇੱਕ ਮਿੰਟ ਰੁਕ ਜਾਓ। ਨਹੀਂ ਗੱਲ ਕੀਤੀ ਨਾ, ਅਕਾਲ ਤਖਤ ਜਦ ਉੱਥੇ ਇਹ ਜਿਹੜਾ ਮੈਟਰ ਸੀ ਉਦੋਂ ਜਿਹੜਾ ਵੀ ਇਹਨਾਂ ਦਾ ਸੀ ਤੇ ਮੈਜੋਰਟੀ ਦੇ ਨਾਂ ਦੇ ਉੱਤੇ, ਐਡਮਿਨਿਸਟ੍ਰੇਸ਼ਨ ਦੇ ਨਾਂ ਦੇ ਉੱਤੇ, ਹੁਣ ਮੰਨ ਲਓ ਕਿ ਇਹਨਾਂ ਦੀ ਕੋਈ ਦੋਸ਼ ਨਹੀਂ ਸੀ ਹਰਪਾਲ ਸਿੰਘ ਜੋਹਲ ਜੀ ਦੀ,
ਪੂਰੀ ਗੱਲ ਸੁਣ ਲਓ। ਇਹਨਾਂ ਨੇ ਐਲੀਗੇਸ਼ਨ ਲਗਾਇਆ ਵੀ ਕਰਪਸ਼ਨ ਹੋ ਰਿਹਾ ਹੈ ਨਹੀਂ ਹੈ। ਇਹਨਾਂ ਨੂੰ ਤਨਖਾਹੀਆ ਕਰਾ ਕੇ ਪੂਰੇ ਹਿੰਦੁਸਤਾਨ ਵਿੱਚ ਘੁਮਾ ਦਿੱਤਾ। ਉਹਦੇ ਬਾਅਦ ਇਹਨਾਂ ਨੂੰ ਕਹਤਾ ਤੇਰੀ ਮੈਂਬਰਸ਼ਿਪ ਡਾਕਟਰ ਖਤਮ। ਗੁਰਮੀਤ ਸਿੰਘ ਜੀ, ਅੱਜ ਇੱਕ ਉੱਥੇ ਕੇਸ ਚੱਲ ਅਕਾਲ ਤਖਤ ਸਾਹਿਬ ਦੇ ਉੱਤੇ, ਠੀਕ ਹੈ ਨਾ ਜੀ, ਪਰ ਉੱਥੇ 4 ਜਣਿਆਂ ਨੂੰ ਤਨਖਾਹ ਲਗਾ ਦਿੱਤੀ ਗਈ, ਜਿਨ੍ਹਾਂ 'ਚ ਸਰਦਾਰ ਰਾਜਾ ਸਿੰਘ ਜੀ ਤੇ ਸਰਦਾਰ ਮਹਿੰਦਰ ਸਿੰਘ ਜੀ ਢਿੱਲੋਂ ਉੱਥੇ ਤਨਖਾਹ ਕਬੂਲ ਕੇ ਆਏ ਨੇ। ਤੇ ਕੀ ਉਹ ਤੁਸੀਂ ਤਨਖਾਹ ਇੱਕ ਮਿੰਟ ਜੀ, ਕੀ ਢਿੱਲੋਂ ਸਾਹਿਬ ਕੀ ਉਹ ਤਨਖਾਹ ਜਿਹੜੀ ਆ ਆਪਾਂ ਪੂਰੀ ਉਹ ਅਲੱਗ ਵਿਸ਼ਾ, ਤੁਸੀਂ ਘੁਮਾ ਰਹੇ ਹੋ। ਨਹੀਂ, ਤੁਸੀਂ ਘੁਮਾ ਰਹੇ ਹੋ। ਡਾਕਟਰ ਸਾਹਿਬ ਨਹੀਂ, ਤੁਹਾਡੀ ਗੱਲ ਵੱਖਰੀ ਮੈਂ ਆ। ਉੱਤਰ ਦੇ ਰਿਹਾ, ਉੱਤਰ ਦੇ ਰਿਹਾ। ਦੇਖੋ ਇੱਥੇ ਜਦ ਮਾਹੌਲ ਹੁੰਦਾ ਹੈ ਉਹ ਦੁਬਾਰਾ ਬੁਲਾਉਂਗੇ, ਅਸੀਂ ਆਵਾਂਗੇ ਨਹੀਂ, ਕਿਉਂਕਿ ਅਸੀਂ ਉਹਨਾਂ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਿਹੜੇ ਪੰਥ ਦੇ ਆ ਜਿਹਦੇ 'ਚ ਅਸੀਂ ਗੁਰੂ ਮਹਾਰਾਜ ਦੇ ਸਿੱਖਾਂ, ਇਹਨਾਂ ਦੇ ਸਿੱਖਾਂ। ਇਹ ਪਰ ਤੁਹਾਨੂੰ ਉੱਥੇ ਪੇਸ਼ ਨਹੀਂ ਸੀ ਕੀਤਾ ਗਿਆ, ਤੁਹਾਨੂੰ ਦੋਵਾਂ ਨੂੰ ਪੇਸ਼ ਕੀਤਾ ਗਿਆ। ਭਾਈ ਪੇਸ਼ ਕੀਤਾ ਮਾਹੌਲ ਇਸ ਤਰ੍ਹਾਂ ਦਾ ਬਣਾਉਂਦੇ ਨੇ, ਹਾਂ ਜਾਂ ਨਾ ਵਿੱਚ ਜਵਾਬ ਦਿਓ। ਕਿਸੇ ਜਗ੍ਹਾ ਹਾਂ ਜਾਂ ਨਾ ਵਿੱਚ ਜਵਾਬ ਹੁੰਦਾ, ਜਿਰਾ ਹੁੰਦੀ ਹੈ, ਸਵਾਲ ਹੁੰਦੇ ਨੇ, ਗੱਲ ਹੁੰਦੀ ਹੈ। ਤਨਖਾਹ ਉਹਨਾਂ ਨੇ ਭੁਗਤਣੀ ਆ ਕਿ ਤੁਸੀਂ ਤਨਖਾਹ ਭੁਗਤਣ ਨੂੰ ਤਿਆਰ ਹੋ ਜਿਹੜੀ 5-5 ਦਿਨ ਦੀ ਜਿਹੜੀ ਉਹ ਜਿਹੜੇ ਨਿਹੰਗ ਸਿੰਘ ਨੇ ਉਹਦੇ ਕੋਲ ਬੱਚੇ ਖਾਣ ਇੱਥੇ ਖੜੇ ਹੋ ਗਏ, ਉਹਨਾਂ ਦੇ ਬੱਚੇ ਜੀ ਡਾਕਟਰ ਸਾਹਿਬ ਜੀ ਭਾਜੀ ਨਹੀਂ ਸਮਝੋ। ਅਕਾਲ ਤਖਤ ਸਾਡੇ ਸਰਵਉੱਚਾ, ਜੋ ਹੁਕਮ ਅਕਾਲ ਤਖਤ ਦਾ ਸਾਡੇ ਸਿਰ ਮੱਥੇ ਤੇ ਆ। ਅਸੀਂ ਉਹਦੀ ਨਿਰਾਦਰ ਕੀ ਜੋ ਅਸੀਂ ਕਦੇ ਨਹੀਂ ਜ਼ਿੰਦਗੀ ਸੋਚਿਆ ਹੀ ਨਾ ਕਰ ਸਕਦੇ ਆ, ਨਾ ਸਾਡੇ ਕੋਲ ਹਿੰਮਤ ਹੈਗੀ ਆ। ਗੱਲ ਰਹੀ ਜਿਹੜੀ ਗੱਲ ਹੋਈ ਆ, ਇਹਦੇ ਵਿੱਚ ਇੱਕ ਵੈਲ ਪਲਾਨਡ ਵੇ ਵਿੱਚ ਹੋਈ ਆ। ਇਕਬਾਲ ਸਿੰਘ ਨੂੰ ਪਟਨੇ ਕਿਹਨੇ ਬੁਲਾਇਆ, ਕਿਹਨੇ ਇਹ ਪਹਿਲਾਂ ਪੁੱਛ ਸਕਿਆ ਜਾਵੇ ਕਿ ਇਹ ਗੱਲਾਂ ਹੋਈਆਂ, ਬੁਲਾਉਣ ਵਾਲੇ ਕੌਣ ਸੀਗੇ, ਕਿਉਂ ਆਏ ਹੋ, ਕਿਉਂ ਆਏ, ਇਹ ਪਤਾ ਕਰੋ। ਇਹ ਖੁਦ ਉਹਨਾਂ ਦੇ ਬੰਦਿਆਂ ਨੇ ਉਹਨਾਂ ਨੂੰ ਬੁਲਾਇਆ ਕਿ ਤੁਸੀਂ ਆ ਜਾਓ ਤੇ ਤੁਸੀਂ ਕੱਲ੍ਹ ਆਓ। ਉਹਨੇ ਕਿਹਾ ਮੈਂ ਕੱਲ੍ਹ ਨਹੀਂ ਆਊਗਾ, ਮੈਂ ਪਰਸੋਂ ਆਊਂਗਾ। ਠੀਕ ਹੈ, ਪਰਸੋਂ ਆਓ, ਤੁਹਾਨੂੰ ਅਸੀਂ ਅੰਦਰ ਕਰਨਾ ਵਾ। ਇਕਬਾਲ ਸਿੰਘ ਜੀ ਉੱਥੇ ਪਹੁੰਚੇ ਆ ਔਰ ਆਪ में सब गायब हो गया। तो ਉਹਨੂੰ ਬੁਲਾਉਣ ਦੀ ਕੀ ਜ਼ਰੂਰਤ ਸੀ ਉੱਥੇ, ਤਾਂ ਕਿ ਇੱਕ ਕੰਟਰੋਵਰਸੀ ਪੈਦਾ ਹੋ ਜਾਵੇ। ਫਿਰ ਜਦ ਉਹਨਾਂ ਨੂੰ ਕਹਿਤਾ ਕਿ ਇਕਬਾਲ ਸਿੰਘ ਜੀ ਤੁਸੀਂ ਅੰਦਰ ਨਹੀਂ ਜਾਣਾ, ਤੁਸੀਂ ਪ੍ਰੋਗਰਾਮ ਵਿੱਚ, ਉਹ ਬਿਲਕੁਲ ਨਹੀਂ ਗਏ। ਉਹਨਾਂ ਨੂੰ ਟਿਕਟ ਕਟਾਉਣੀ ਸੀਗੀ, ਪੈਸੇ ਦੇ ਵੀ ਅਰੇਂਜਮੈਂਟ ਕਰਨਾ, ਕੋਈ ਥੋੜ੍ਹੀ ਹੈ ਕਿ ਲੱਗੇ ਹੋਇਆ 22,000 ਰੁਪਏ ਲੱਗੇ ਤਾਂ ਕੋਈ ਕਰ ਦੇਵੇ। ਉਹਨਾਂ ਨੇ ਆਪਦਾ 2 ਦਿਨ ਜੋ ਲੇਟ ਹੋਏ ਆ, ਉਹ ਆਪਦੀ ਟਿਕਟ ਕਟਾਉਣ ਦੇ ਉਹਨਾਂ ਜੋ ਉਹਨੂੰ ਲੱਗਿਆ ਉਹ ਆਪਦਾ ਟਿਕਟ ਕਟਾ ਕੇ ਇੱਥੇ ਆ ਗਏ ਆ। ਪਰ ਜਿਹੜੀ ਆਪਾਂ ਗੱਲ ਉਹੀ ਆ ਗਈ ਆ ਕਿ ਜਿਹੜੀ ਤੁਹਾਨੂੰ ਤਨਖਾਹ ਲੱਗਾ ਪੂਰੀ ਬਿਲਕੁਲ ਕਰਾਂਗੇ, ਜਦ ਉਹਦਾ ਹੁਕਮ ਹੈਗਾ ਤਾਂ ਅਸੀਂ ਕਰਾਂਗੇ। ਅਸੀਂ ਤੁਸੀਂ ਗੱਲ ਇੱਕ ਮਿੰਟ ਭਾਜੀ ਪਾਠ ਕਰਾਂਗੇ, ਦੋਨੇ ਕਰ ਲਾਂਗੇ, ਤਨਖਾਹ ਦੇ ਰੂਪ ਵਿੱਚ ਨਹੀਂ ਕਰਾਂਗੇ। ਤੁਸੀਂ ਤਨਖਾਹ ਜਿਹੜੀ ਲਗਾਈ ਗਈ ਹੈ ਰਾਜਾ ਸਿੰਘ ਜੀ ਉਹਨੂੰ ਤੁਸੀਂ ਜਥੇਦਾਰ, ਤੁਸੀਂ ਗਲਤ ਸਵਾਲ ਕਰ ਰਹੇ ਹੋ ਨਾ। ਤੁਸੀਂ ਹਾਂ ਜਾਂ ਨਾ ਵਿੱਚ ਉੱਤਰ ਜਾਂਦੇ ਹੋ। ਨਹੀਂ ਮੇਰੇ ਲੋਕ ਹਾਂ ਜਾਂ ਨਾ ਵਿੱਚ ਉੱਤਰ ਜਾਂਦੇ ਹੋ। ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ। ਤਨਖਾਹ ਜਿਹੜੀ ਲਗਾਈ ਗਈ ਤੁਸੀਂ ਹਾਂ ਜਾਂ ਨਾ ਗਲਤ ਉੱਤਰ ਤਨਖਾਹ ਲਗਾਈ ਗਈ ਹੈ ਜਾਇਜ਼ ਆ, ਤੁਸੀਂ ਗਲਤ ਹੈ ਤੁਹਾਡਾ ਸਵਾਲ। ਗੱਲ ਹਾਂ ਨਾ ਜੋ ਉਹ ਕਰਦੇ ਜੋ ਤੁਸੀਂ ਕਰ ਰਹੇ ਹੋ। ਅਰੇ ਭਾਈ ਹਾਂ ਜਾਂ ਨਾ ਵੀ ਜਵਾਬ ਦਿਓ। ਤਨਖਾਹ ਦਾ ਕੀ, ਤਨਖਾਹ ਦਾ ਪੈਸੇ ਵੀ ਦੇ ਡਾਕਟਰ ਸਾਹਿਬ ਇੱਕ ਮਿੰਟ, ਡਾਕਟਰ ਸਾਹਿਬ ਗੱਲ ਇਹ ਹੈ ਤੁਸੀਂ ਆਪਣੀ ਗੱਲ ਪੈਸੇ ਮਿਲਣਗੇ ਕੁਝ ਤਨਖਾਹ ਦੇ। ਹਾਂਜੀ ਰਾਜਾ ਸਿੰਘ ਜੀ, ਜਿਹੜਾ ਤੁਹਾਨੂੰ ਸੇਵਾ ਲਾਈ ਹੈ ਕੱਲ ਤੱਕ ਮੈਂ ਪੁੱਛਿਆ ਜੀ ਲੋਕੋ ਵਾਲੋ ਇਹ ਪੂਰਾ ਕਰੋਗੇ। ਢਿੱਲੋਂ ਸਾਹਿਬ ਇਹ ਜਿਹੜਾ ਅੱਜ ਹਾਂ ਨਾ ਇਸ ਕੋ ਨਹੀਂ ਤੁਸੀਂ ਆਪਣੀ ਗੱਲ ਰੱਖੋ, ਤਨਖਾਹ ਦੇ ਬਾਰੇ ਚ ਆਪਣੀ ਗੱਲ ਕਰ ਰਹੇ ਹਾਂ। ਤਨਖਾਹ ਦੇ ਬਾਰੇ ਚ ਗੱਲ ਅੱਜ ਜੋ ਇਹਨਾਂ ਨੇ ਬੁਲਾਇਆ, ਧੋਖੇ ਧੜੀ ਵਾਲੀ ਗੱਲ ਕੀਤੀ ਆ। ਅੱਜ ਪਹਿਲਾਂ ਤੋਂ ਇਹਨਾਂ ਨੇ ਬੰਦੇ ਬਿਠਾਏ ਹੋਏ ਸੀ ਜਿਹੜੇ ਮੈਂਬਰ ਨੇ, ਜਿਹੜੇ ਹਾਂ ਉਹ ਕਹਿ ਰਹੇ ਮੈਂਬਰ ਦੋਵੇਂ ਬੋਲਨੇ ਦੇ ਸਰ ਜੀ। ਜੇ ਉਹ ਪਹਿਲਾਂ ਤੋਂ ਬੰਦੇ ਬਿਠਾਏ ਹੋਏ ਸੀ। ਸਾਨੂੰ ਕੀ ਪਤਾ ਸੀ ਕਿ ਪਹਿਲਾਂ ਤੋਂ ਬਿਠਾ ਕੇ ਰੱਖੇ ਹੋਏ ਆ, ਜਿਹੜਾ ਮੈਂਬਰ ਹੈ ਨਹੀਂ ਉਹਨਾਂ ਨੂੰ ਵਿੱਚ ਬਿਠਾਇਆ ਸੀ। ਔਰ ਇਹਨਾਂ ਨੇ ਉਹਨਾਂ ਦਾ ਫਟਾਫਟ ਨਾਂ ਵੀ ਬੋਲਿਆ ਕਿ ਇਹ ਕਰਨਗੇ ਉਹ ਕਰਨਗੇ। ਪਰ ਮੀਟਿੰਗ ਅਸੀਂ ਬੁਲਾਈ ਸੀ, ਮੀਟਿੰਗ ਬੁਲਾਈ ਸੀ ਇੰਦਰਜੀਤ ਸਿੰਘ ਨੇ, ਜਿਹੜਾ ਤਨਖਾਹੀਆ ਹੋ ਕੇ ਉੱਥੇ ਸਜ਼ਾ ਭੁਗਤ ਰਿਹਾ। ਉਹਦੇ ਬਾਅਦ ਗੁਰਪੁਰਬ ਦਾ ਟਾਈਮ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 27, 28, 29 ਦਸੰਬਰ ਦਾ। ਕਿਤੇ ਕੋਈ ਕੰਮ ਨਹੀਂ ਸੀ ਹੋ ਰਿਹਾ। ਮੈਂ ਬਣਾ ਕੇ ਸਬ ਕਮੇਟੀ ਬਣਾਈ, ਸਬ ਕਮੇਟੀ ਬਣਾ ਕੇ ਕਿ ਬਈ ਤੁਸੀਂ ਲੰਗਰ ਦੇ ਸਬਜ਼ੀ ਲਿਆਓਗੇ, ਉਹ ਕੰਮ ਕਰੋਗੇ, ਤੁਸੀਂ ਜੀ ਯਾਤਰੀਆਂ ਨੂੰ ਕਮਰੇ ਦਿਓਗੇ, ਇਹ ਗਰੁੱਪ ਹੋਏਗਾ। ਇਸ ਤਰ੍ਹਾਂ ਕੰਮ ਵੰਡੀ ਆ। ਕੋਈ ਸਫਾਈ ਵਾਲਾ ਰੱਖਤਾ, ਉਹ ਸਫਾਈ ਦੀ ਨਿਗਰਾਨੀ ਰੱਖੇ, ਮਤਲਬ ਜੋ ਸੇਵਾ ਵੰਡੀ ਦਾ ਅਸੀਂ ਵੰਡਿਆ। ਉਹਦੇ ਬਾਅਦ ਇਹਨਾਂ ਨੂੰ ਥੋੜੀ ਖਲਵਲੀ ਲੱਗੀ। ਇਹ ਆਪਣੇ ਗੋਬਿੰਦ ਸਿੰਘ ਲੌਂਗੋਵਾਲ ਨਾਲ ਮਿਲ ਕੇ ਇੱਥੇ ਲੋਕਾਂ ਨੂੰ ਸਦਵਾ ਲਿਆ।
ਇਹ ਮਾਮਲਾ ਸੀ ਤਖਤ ਪਟਨਾ ਸਾਹਿਬ ਦਾ। ਅਗਰ ਕੁਝ ਹੈ ਸੀ ਤਾਂ ਤਖਤ ਪਟਨਾ ਸਾਹਿਬ ਆ ਕੇ ਕਰਦੇ, ਨਾ ਕਿ ਅੰਮ੍ਰਿਤਸਰ ਬੈਠ ਕੇ। ਆਉਣ ਵਾਲੇ ਉੱਥੇ ਹੋਣਗੇ, ਕਮਰੇ ਰਿਹਾਇਸ਼ ਦੇ ਪ੍ਰਬੰਧ ਉੱਥੇ ਹੋਣੇ ਨੇ, ਇੱਥੇ ਨਹੀਂ ਹੋਣੇ। ਜਿਹੜਾ ਗੁਰਪੁਰਬ ਮਨਾਏਗਾ ਉਹਦਾ ਪ੍ਰਬੰਧ ਤੇ ਉੱਥੇ ਹੋਏਗਾ ਨਾ, ਇੱਥੇ ਥੋੜੀ ਹੋਣਾ ਹੈ। ਤੇ ਪ੍ਰਬੰਧ ਉੱਥੇ ਦਾ ਦੇਖਣਾ ਸੀ। ਔਰ ਇਹ ਸਾਜ਼ਿਸ਼ ਦੇ ਤਹਿਤ ਬੁਲਾ ਕੇ ਕਿਸੇ ਨੂੰ ਨੀਚਾ ਵਿਖਾਣੇ ਦਾ ਕੰਮ ਕੀਤਾ ਇਹਨਾਂ ਨੇ, ਇਸ ਲਈ ਮੈਂ ਵੀ ਇਹਨਾਂ ਨੂੰ ਨਹੀਂ ਮੰਨਦਾ। ਤਨਖਾਹ ਜਿਹੜੀ ਲਗਾਈ ਭੁਗਤੋਗੇ? ਨਾ, ਮਤਲਬ ਹੀ ਨਹੀਂ। ਕਿਉਂ ਨਹੀਂ ਭੁਗਤੋਗੇ? ਹੈ ਤਨਖਾਹ ਕਿਉਂ? ਤਨਖਾਹ ਹੀ ਨਹੀਂ ਲਗਾਈ ਤਾਂ ਇਹ ਤਨਖਾਹ ਗਲਤ ਹੈ, ਗਲਤ ਹੈ। ਡਿਕਟੇਟਰੀ ਜੋਲ ਸਾਹਿਬ ਤੁਸੀਂ ਸੰਖੇਪ ਇਹ ਡਿਕਟੇਟਰਸ਼ਿਪ ਹੈ, ਤਾਨਾਸ਼ਾਹੀ ਹੈ। ਇੱਥੇ ਘਰ ਬੁਲਾ ਕੇ ਕਿਸੇ ਨੂੰ ਜਨਮ ਰੋਟੀ ਦੇਵਾਂਗੇ। ਪਰ ਅਮਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਉਹ ਮੰਨਣ, ਉਹ ਸਭ ਦੀ ਆਪਣੀ ਸੋਚ ਹੈ। ਮੈਂ ਉਹਨਾਂ ਤੋਂ ਮਨਾ ਨਹੀਂ ਕਰਦਾ, ਮੈਂ ਉਹਨਾਂ ਨੂੰ ਨਹੀਂ ਮਨਾ ਕਰਦਾ। ਮੇਰੀ ਆਪਣੀ ਸੋਚ ਹੈ ਕਿ ਸਾਨੂੰ ਇੱਥੇ ਬੁਲਾ ਕੇ ਜਲੀਲ ਕਰਨ ਵਾਸਤੇ ਇੱਥੇ ਬੁਲਾਇਆ। ਹੁਣ ਤੁਸੀਂ ਦੇਖੋ, ਉਹਨਾਂ ਨੇ ਪਰਚੇਤ ਕਰਨਗੇ, ਉਹ ਬਣਾਉਣਗੇ, ਕਮੇਟੀ ਬਣਾ ਦੇ। ਇੱਥੇ ਬਣਾਉਣ ਦਾ ਇਹਨਾਂ ਨੂੰ ਨਾਂ ਦਾ ਕਿਵੇਂ ਪਤਾ ਲੱਗਿਆ? ਉੱਥੇ ਕੌਣ ਸਿੰਘ ਹੈ, ਕੌਣ ਸਿੰਘ ਨਹੀਂ ਹੈ, ਇਹਨਾਂ ਨੂੰ ਕੀ ਪਤਾ ਸੀ? ਤੇ ਇਹਨੂੰ ਪੜਾਇਆ ਗਿਆ ਸੀ ਤੋਤੇ ਦੀ ਤਰ੍ਹਾਂ। ਇੱਥੇ ਤੋਂ ਦੀ ਫਟਾਫਟ ਬੋਲ ਦੇਗੇ। ਇਹਨੂੰ ਜਿਸ ਗ੍ਰੰਥੀ ਨੂੰ ਇਹਨਾਂ ਨੂੰ ਹੈ ਉੱਥੇ ਜਥੇਦਾਰ ਦੀ ਇੱਕ ਦੇ ਦਿੱਤੀ ਕਿ ਇਹਨੂੰ ਇਹ ਜਥੇਦਾਰ ਵਜੋਂ ਸੰਭਾਲੂਗਾ, ਪਰ ਅੱਜ ਹੀ ਕਹਿੰਦੇ ਨੇ ਕਿ ਉਹਨਾਂ ਨੂੰ 5 ਬਾਣੀਆਂ ਦੇ ਪਾਠ ਨਹੀਂ ਆਉਂਦੇ। ਕਿੰਨੀ ਦੁੱਖ ਦੀ ਗੱਲ ਆ। ਉਹ ਇਹ ਗੱਲ ਤੱਕ ਤੇ ਜਿਹੜਾ ਹੈਗਾ ਬਿਨਾ ਕਿਸੇ ਜਾਂਚ ਪਰਖ ਤੋਂ ਹੀ ਉਹ ਫੈਸਲਾ ਲਈ ਜਾਂਦਾ। ਪੰਜ ਬਾਣੀ ਦੀ ਪਾਠ ਦੀ ਜਿੱਥੇ ਤੱਕ ਸਵਾਲ ਹੈ ਨਾ, ਉਹ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਵੱਲੋਂ ਸਿੱਖੇ ਹੋਏ ਨੇ, ਉਹਨਾਂ ਵਾਲੇ ਸੈਂਕਸ਼ਨ ਲਈ ਹੋਈ ਹੈ। ਉਹਨਾਂ ਵੱਲੋਂ ਉਹ ਪਾਠ ਸਿੱਖ ਕੇ ਟਕਸਾਲੀ ਨੇ ਉੱਥੇ ਜਾ ਕੇ ਫਿਰ ਉਸ ਸੇਵਾ 'ਚ ਲੱਗੇ ਨੇ। ਔਰ ਤੁਸੀਂ ਕਹਿੰਦਾ ਵਾਲਾ ਸੰਤ ਕਰਤਾਰ ਸਿੰਘ ਦੇ ਵਿਦਿਆਰਥੀ ਨੇ। ਹਾਂ ਬਿਲਕੁਲ। ਤੁਸੀਂ ਕਿਸੇ ਟਾਈਮ ਸ਼ਾਮ ਦੇ ਰਹਿਰਾਜ ਤਖਤ ਪਟਨਾ ਸਾਹਿਬ ਦਾ ਸੁਣ ਲਓ, ਉਹ ਦੇਖ ਲਓ ਕਿੰਨਾ ਸੁਧ ਕਰਦਾ ਹੈ, ਕਿੰਨਾ ਸੁਧ ਕਰਦਾ ਹੈ, ਪਤਾ ਲੱਗ ਜਾਏਗਾ। ਮੈਂ ਥੋੜੀ ਕਹਾਂਗਾ, ਠੀਕ ਹੈ ਜੀ। ਉਹ ਗਲਤ ਨਹੀਂ ਹੈ। ਜੋਲ ਸਾਹਿਬ। ਇਹ ਸਿਰਫ ਦੋਸ਼ਾਰੋਪਣ ਕਰਕੇ ਲੋਕਾਂ ਨੂੰ ਨੀਚਾ ਵਿਖਾਣਾ ਚਾਹੁੰਦੇ ਨੇ, ਆਪਣੀ ਹੁਕੂਮਤ ਉੱਥੇ ਬਸਾਉਣਾ ਚਾਹੁੰਦੇ ਨੇ। ਬਸ ਨਾ ਕਿ ਸੋਨੇ ਬਾਰੇ ਜਿਹੜੀ ਗੱਲ ਹੋਈ ਆ ਜੀ, ਉੱਥੇ ਡਾਕਟਰ ਸਾਮਰਾ ਨੇ ਸਿਰਫ ਸਾਡੇ ਪਟਨਾ ਸਾਹਿਬ ਹੀ ਸੇਵਾ ਨਹੀਂ ਕੀਤੀ। ਉਹਨਾਂ ਦੀ ਗੱਲ ਦਾ ਮੈਂ ਜਵਾਬ ਦੇ ਰਿਹਾ। ਉਹਨਾਂ ਨੂੰ ਇੱਕ ਵਾਰੀ ਚਲੋ ਤੁਸੀਂ ਆਪਣੀ ਗੱਲ ਕਰੋ। ਨਹੀਂ, ਆਪਣੀ ਨਹੀਂ, ਉਹ ਜਿਹੜੀ ਉਹਨਾਂ ਗੱਲ ਕੀਤੀ ਮੈਂ ਉਹਨਾਂ ਦੱਸ ਦਿਆਂ। ਇੱਕ ਮਿੰਟ ਤੁਸੀਂ ਛੱਡੋ, ਰਹਿਣ ਦਿਓ, ਉਹ ਗੱਲ ਬਾਅਦ ਚ ਕਰ ਲਈ। ਵੀ ਸੋਨੇ ਦਾ ਕੀ ਚੱਕਰ ਆ? ਡਾਕਟਰ ਸਾਮਰਾ ਨੇ ਹਜੂਰ ਸਾਹਿਬ ਵੀ ਸੇਵਾ ਕੀਤੀ, ਡਾਕਟਰ ਸਾਮਰਾ ਨੇ ਦਰਬਾਰ ਸਾਹਿਬ ਵੀ ਕੀਤੀ, ਡਾਕਟਰ ਸਾਮਰਾ ਨੇ ਸਾਡੇ ਵੀ ਕੀਤੀ। ਡਾਕਟਰ ਸਾਮਰਾ ਦੇ ਥਰੂ ਜਿਹੜੀਆਂ ਚੀਜ਼ਾਂ ਸਾਡੇ ਕੋਲ ਬਣ ਕੇ ਆਈਆਂ, ਉਹਦੇ ਵਿੱਚ ਕਲਗੀ ਤੇ ਹਾਰ ਸੀ। ਉਹਦੀ ਜਦੋਂ ਪਰਖ ਕੀਤੀ, ਉਹ ਬਿਲਕੁਲ ਸਹੀ ਨਿਕਲਿਆ। ਦੇਖੋ ਉੱਥੇ ਹੁਣ ਅਸਲ ਗੱਲ ਵੱਲ ਤੁਸੀਂ ਨਹੀਂ ਗਏ। ਡਾਕਟਰ ਸਾਮਰਾ ਨੇ ਕਿਹਾ ਕਿ ਇਹਨਾਂ ਨੇ ਜਦ ਮੈਂ ਸੇਵਾਵਾਂ ਕੀਤੀਆਂ ਤੇ ਇਹਨਾਂ ਕਿਹਾ ਵੀ ਤੁਸੀਂ ਪੀੜੇ ਸਾਹਿਬ ਦੀ ਸੇਵਾ ਵੀ ਕਰੋ। ਦੇਖੋ ਉਹਦੇ ਸਟੇਟਮੈਂਟ ਸੁਣਿਓ ਡਾਕਟਰ ਸਾਮਰਾ ਦੇ। ਉਹਨਾਂ ਨੇ ਕਿਹਾ ਕਿ ਤੁਸੀਂ ਪੀੜਾ ਸਾਹਿਬ ਦੀ ਸੇਵਾ ਕਰੋ, ਜਿਹੜਾ ਜਿੱਤੇ ਗੁਰੂ ਸਾਹਿਬ ਬਿਰਾਜਮਾਨ ਹੁੰਦੇ, ਉਹਨੂੰ ਭੰਗੂੜਾ ਕਹਿ ਦਿੰਦੇ। ਉਹਦੀ ਸੇਵਾ ਜਦੋਂ ਬਣਾ ਕੇ ਲਿਆਏ ਆ, ਉਹਦੇ ਉੱਤੇ ਇਹਨਾਂ ਨੇ ਜ਼ਾਹਰ ਕੀਤਾ। ਉਹ ਸੇਵਾ ਉਹਨਾਂ ਨੇ ਇਹਨਾਂ ਕੋਲੋਂ ਕਰਵਾਈ ਆ, ਯਾਨੀ ਬਣਵਾਇਆ ਇਹਨਾਂ ਨੇ, ਪੈਸੇ ਉਹਨਾਂ ਨੇ ਦੇਣੇ ਸੀ ਡਾਕਟਰ ਸਾਮਰਾ ਨੇ। ਉਹ ਜਦੋਂ ਲੈ ਕੇ ਆ ਗਏ ਨਾ ਪੀੜਾ ਸਾਹਿਬ ਛੋਟਾ, ਉਹ ਜਿਹੜਾ ਉੱਥੇ ਪੀੜਾ ਸਾਹਿਬ ਉਹ ਇਤਿਹਾਸਕ ਆ, ਗੁਰੂ ਕਾਲ ਦਾ ਹੈ। ਗੁਰੂ ਸਾਹਿਬ ਉਸ ਸਮੇਂ ਉੱਤੇ ਬਿਰਾਜੇ ਨੇ, ਇਸ ਕਰਕੇ ਸੰਗਤ ਨੇ ਵਿਰੋਧ ਕੀਤਾ ਤੇ ਉਹ ਚੀਜ਼ ਉੱਥੇ ਸਾਜੀ ਨਹੀਂ ਗਈ। ਮੁੜ ਕੇ ਉਹ ਚੀਜ਼ ਜਦੋਂ ਬਾਹਰ ਰਹਿ ਗਈ, ਉਹ ਪੀੜਾ ਬਾਹਰ ਰਹਿ ਗਿਆ, ਉਹਦੀ ਪਰਖ ਕੀਤੀ ਗਈ ਤੇ ਉਹਦੇ ਤੇ 5 ਕਿਲੋ ਸੋਨਾ ਲਾਉਣ ਦੀ ਗੱਲ ਬਾਰ-ਬਾਰ ਜਥੇਦਾਰ ਨੇ ਕਹੀ ਸੀ। ਉਹ ਮਹਾ 50 ਗ੍ਰਾਮ ਸੋਨਾ ਨਿਕਲਿਆ, 60 ਗ੍ਰਾਮ। ਉਸ ਤੋਂ ਬਾਅਦ ਇੱਕ ਕਿਰਪਾਨ ਦੀ ਗੱਲ ਕੀਤੀ ਆ ਡਾਕਟਰ ਸਾਮਰਾ ਨੇ, ਜਿਹੜੀ ਇਹਨਾਂ ਰਾਹੀਂ 2 ਚੀਜ਼ਾਂ ਬਣੀਆਂ। ਇੱਕ ਪੀੜਾ ਜਿਹੜਾ ਗੁਰੂ ਸਾਹਿਬ ਦਾ ਪੀੜਾ ਸੀ, ਔਰ ਇਹ ਗੱਲ ਨੂੰ ਬੜੀ ਕਲੀਅਰ ਢੰਗ ਨਾਲ ਪ੍ਰਧਾਨ ਸਾਹਿਬ ਵੀ ਬੋਲ ਕੇ ਗਏ, ਗੁਜ਼ਰ ਗਏ ਆ। ਉਹਨਾਂ ਨੇ ਕਿਹਾ ਵੀ ਪੀੜਾ ਇਹਨੂੰ ਬਣਾਉਣ ਦੀ ਸੇਵਾ ਦਿੱਤੀ ਸੀ, ਉਹਦੇ ਵਿੱਚ ਖਰਾਬੀ ਨਿਕਲੀ। ਔਰ ਇੱਕ ਤਲਵਾਰ ਗੁਰੂ ਮਹਾਰਾਜ ਦੀ ਕਿਰਪਾਨ ਸੋਨੇ ਦੀ ਜਿਹੜੀ ਬਣਾਉਣ ਵਾਸਤੇ ਨੇ ਦਿੱਤੀ ਸੀ, ਉਹਦੇ ਵਿੱਚ ਖਰਾਬੀ ਨਿਕਲੀ। ਇਹ ਦੋਨੋਂ ਚੀਜ਼ਾਂ ਦੀ ਜ਼ਿੰਮੇਵਾਰੀ ਡਾਕਟਰ ਸਾਮਰਾ ਨੇ ਬਾਰ-ਬਾਰ ਕਿਹਾ ਆ ਕਿ ਇਹਨਾਂ ਦੀ ਸੀ, ਇਹਨਾਂ ਦੀ। ਔਰ ਇਹਨਾਂ ਨੇ ਉਹਦੇ ਬਿਹਾਫ ਤੇ ਉਹਨਾਂ ਕੋਲ ਜਦੋਂ ਪੈਸੇ ਮੰਗੇ, ਉਹਨਾਂ ਨੇ ਕਿਹਾ ਵੀ ਮੈਂ ਜਿੰਨੀ ਪੇਮੈਂਟ ਅੱਜ ਤੱਕ ਕੀਤੀ ਆ ਮੈਂ ਪੱਕੇ 'ਚ ਕਰਦਾ, ਮੈਨੂੰ ਰਸੀਦਾਂ ਦਿਓ ਸੁਨਹਿਰੇ ਦੀਆਂ। ਇਹਨਾਂ ਨੇ ਜਦੋਂ ਸੁਨਹਿਰੇ ਦੀਆਂ ਰਸੀਦਾਂ ਦੇਣ ਤੋਂ ਅੱਗਾ ਪਿੱਛਾ ਕੀਤਾ, ਉਸ ਤੋਂ ਬਾਅਦ ਇਹ ਗੱਲ ਜਦੋਂ ਚਰਚਾ 'ਚ ਆਈ ਤੇ ਉਹ ਪਰਖ ਹੋਈ। ਦੇਖੋ ਇੱਥੇ ਗੌਰ ਸਾਹਿਬ ਦੀ ਕੀ ਚਲਾਕੀ ਨਜ਼ਰ ਆਉਂਦੀ ਆ ਕਿ ਗੌਰ ਸਾਹਿਬ ਨੇ ਉਹ ਜਿਹੜਾ ਪੀੜਾ ਹੈ ਨਾ, ਦੇਖੋ ਅੰਦਰ ਜਿੱਥੇ ਜਨਮ ਸਥਾਨ ਦੇ ਅੰਦਰ ਸਿਰਫ ਗ੍ਰੰਥੀ ਸਿੰਘ ਹੀ ਜਾ ਸਕਦੇ ਨੇ। ਔਰ ਉਹ ਇੱਕ ਵਾਰੀ ਉੱਥੇ ਜੇ ਸੱਜ ਜਾਂਦਾ ਤੇ ਮੁੜ ਕੇ ਉਹਦੀ ਕਿਸੇ ਨੇ ਪਰਖ ਨਹੀਂ ਸੀ ਕਰਨੀ, ਉੱਥੇ ਰਹਿਣਾ ਸੀ, ਕਿਸੇ ਆਮ ਬੰਦੇ ਨੇ ਵੇਖਣਾ ਨਹੀਂ। ਕਮੇਟੀ ਦੇ ਵੱਸ ਤੋਂ ਬਾਹਰ ਦੀ ਗੱਲ ਜਦੋਂ ਉੱਥੇ ਚੱਲ ਜੇ, ਉਹਨੂੰ ਹੱਥ ਕਮੇਟੀ ਅੰਦਰ ਜਾ ਕੇ ਨਹੀਂ ਲਾ ਸਕਦੀ। ਇਸ ਕਰਕੇ ਉਹ ਜਗ੍ਹਾ ਇਹ ਉੱਥੇ ਪਹੁੰਚਾਉਣੀ ਚਾਹੀ, ਸੰਗਤ ਦੇ ਵਿਰੋਧ ਕਰਕੇ ਰੁਕ ਗਈ। ਮੁੜ ਕੇ ਉਹਦੀ ਪਰਖ ਹੋਈ, ਪਰਖ ਹੋਣ ਦੇ ਵਿੱਚ ਉਹ ਸਾਰਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆ ਗਿਆ।
ਉਹਦੇ ਬਾਵਜੂਦ ਵੀ ਡਾਕਟਰ ਸਮਰਾ ਨੇ ਕਿਹਾ ਵੀ ਮੈਂ ਉੱਥੇ ਆਣ ਕੇ ਇਸ ਗੱਲ ਨੂੰ ਸਵਾਲ ਜਵਾਬ ਜਿਹੜੇ ਹੈ ਮੈਂ ਕਰੂੰਗਾ। ਉਹ ਜਿੱਦਣ ਆਏ ਬੈਠਣ ਵਾਸਤੇ ਕਮੇਟੀ ਨਾਲ ਤੇ ਇਹਨਾਂ ਨਾਲ, ਉਦੋਂ ਇਹਨਾਂ FIR ਕਰਵਾਤੀ ਉਹਦੇ ਨਾਂ ਤੇ। ਜਦੋਂ ਇਹ ਸੱਚੇ ਹੀ ਤੇ ਸਾਹਮਣਾ ਕਰਦੇ। ਇਹ ਗੱਲ ਹੋਈ ਹੈ ਜਿਹੜੀ ਅਸਲ ਗੱਲ ਆ। ਡਾਕਟਰ ਸਾਮਰਾ ਨੇ ਜਿੱਥੇ ਜਿੱਥੇ ਵੀ ਜੋ ਚੀਜ਼ਾਂ ਦਿੱਤੀਆਂ ਉਹ ਸਾਫ਼ ਸੁਥਰੀਆਂ ਨਿਕਲੀਆਂ। ਇਸ ਕਰਕੇ ਡਾਕਟਰ ਸਾਮਰਾ ਤੇ ਦਾਨੀ ਆ, ਉਹਦੇ ਉੱਤੇ ਥੋੜੀ FIR ਕਰਨੀ ਚਾਹੀਦੀ ਸੀ। ਕਿੰਨੇ ਦੁੱਖ ਦੀ ਗੱਲ ਆ। ਉਹਨੇ ਜਾਇਦਾਦ ਜੋ ਚੀਜ਼ ਦੇ ਦਿੱਤੀ ਪ੍ਰਵਾਨ ਨਹੀਂ, ਭਾਵੇਂ ਉਹ 5 ਗ੍ਰਾਮ ਨਹੀਂ ਉਹਨੇ ਕਹਿ ਕੇ ਦਿੱਤੀਆਂ, ਜਿਹੜੀਆਂ ਚੀਜ਼ਾਂ ਕਹਿ ਕੇ ਦਿੱਤੀਆਂ ਉਹਨਾਂ ਚੀਜ਼ਾਂ ਦੀ ਬਕਾਇਦਾ ਨਾਲ ਰਸੀਦ ਦਿੱਤੀ ਆ। ਦੇਖੋ ਤੁਹਾਡੇ ਜਾਣਕਾਰੀ ਵਾਸਤੇ ਅਸੀਂ ਦੱਸਦੇ ਹਾਂ, ਡਾਕਟਰ ਸਾਮਰਾ ਨੇ ਕਲਗੀ ਚੜਾਈ ਸੀ ਉੱਥੇ ਹਜੂਰ ਸਾਹਿਬ। ਉਹ ਕਲਗੀ ਦੇ ਵਿੱਚ ਸੁਨਿਆਰੇ ਦੇ ਕਿਸੇ ਬੰਦੇ ਨੇ 100 ਗ੍ਰਾਮ ਸੋਨਾ ਘੱਟ ਪਾਇਆ। ਉਹ ਜਦੋਂ ਉਹਨਾਂ ਨੇ ਪਰਖ ਕੀਤੀ ਘੱਟ ਨਿਕਲਿਆ। ਇਹਨਾਂ ਨੇ ਇੱਕ ਕਲਗੀ ਹੋਰ ਚੜਾਈ ਤੇ ਉਹ ਉੱਥੇ ਦਾ ਉੱਥੇ ਰਹਿਣ ਤਾ। ਉਹ ਫਿਰ ਸੁਨਿਆਰੇ ਨੇ ਵੀ ਇਹ ਗੱਲ ਮੰਨੀ ਵੀ ਸਾਡੇ ਕਿਸੇ ਰਿਸ਼ਤੇਦਾਰ ਨੂੰ ਜਿਹਨੂੰ ਗਾੜੀ ਬਣਾਉਣ ਜਿਹਨੂੰ ਵਿੱਚ ਲਾਇਆ ਸੀ, ਕਰਮਚਾਰੀ ਸੀ ਉਹਨਾਂ ਦਾ, ਉਹਨੇ ਸੋਨੇ 'ਚ ਹੇਰਾਫੇਰੀ ਕੀਤੀ। ਚਲੋ ਜੋਤ ਸਾਹਿਬ, ਅੱਜ ਜਿਹੜਾ ਫੈਸਲਾ ਅਕਾਲ ਤਖਤ ਹੋਇਆ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ ਜੀ, ਬੜੇ ਦੁੱਖ ਦੀ ਗੱਲ ਆ। ਅਸੀਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਬੜੇ ਹੌਸਲੇ ਨਾਲ ਆਏ ਸਾਂ। ਸਾਡੇ ਨਾਲ ਗੱਲ ਹੋਈ ਸੀ ਕਿ ਅਸੀਂ ਸਾਰੇ ਬੈਠ ਕੇ ਸਹੀ ਜਾਇਜ਼ ਫੈਸਲੇ ਲਵਾਂਗੇ, ਲੇਕਿਨ ਕਿਸੇ ਦੀ ਗੱਲ ਕੋਈ ਸੁਣੀ ਨਹੀਂ ਗਈ। ਇਹ ਇੱਕ ਕਿਸਮ ਦਾ ਜਿਸ ਤਰ੍ਹਾਂ ਸਕੀਮ ਰਾਜਾ ਸਿੰਘ ਜੀ ਨੇ ਕਿਹਾ ਹੈ ਕਿ ਇੱਕ ਸਕੀਮ ਬਣੀ ਹੋਈ ਸੀ ਕਿ ਆਹ ਕੰਮ ਇਸ ਤਰ੍ਹਾਂ ਕਰਨੇ ਆ। ਦੇਖੋ ਬੜੇ ਦੁੱਖ ਦੀ ਗੱਲ, ਉੱਥੇ ਬੜਾ ਕੁਝ ਹੋਇਆ ਹੈ ਪਹਿਲਾਂ। ਜਦ ਤੱਕ ਹਿੱਤ ਸਾਹਿਬ ਦੇ ਅੰਡਰ ਦੀ ਕਮੇਟੀ ਰਹੀ ਆ, ਉੱਥੇ ਕਣਕ ਚੋਰੀ ਹੋਈ, ਉੱਥੇ ਕਈ ਕੁਝ ਹੋਇਆ, ਸੋਨੇ ਦਾ ਘਪਲਾ ਹੋਇਆ। ਉਸ ਤੋਂ ਬਾਅਦ ਰਜਿੰਦਰ ਸਿੰਘ ਦਾ ਕਤਲ ਹੋਇਆ। ਕਦੀ ਸਾਡੇ ਜਥੇਦਾਰ ਅਕਾਲ ਤਖਤ ਨਹੀਂ ਬੋਲੇ, ਕਦੀ ਇਹਨਾਂ ਨੇ ਤਲਬ ਨਹੀਂ ਕੀਤਾ। ਹੁਣ 30 ਤਰੀਕ ਨੂੰ ਕਮੇਟੀ ਬਣਦੀ ਆ, 1 ਤਰੀਕ ਨੂੰ ਉੱਥੇ ਇੱਕ ਬੈਠਕ ਹੁੰਦੀ ਹੈ ਲੋਕ ਸੰਗਤ ਦੀ। 1 ਤਰੀਕ ਨੂੰ ਬੈਠਕ ਹੁੰਦੀ ਸੰਗਤ ਦੀ। ਉਸ ਸੰਗਤ ਦੇ ਵਿੱਚ ਉਤਸ਼ਾਹ ਤੇ ਚਾਅ ਇਹਨਾਂ ਵੇਖਿਆ ਕਿ ਪਹਿਲੀ ਵਾਰੀ 200-300 ਬੰਦਾ ਉੱਥੇ ਇਕੱਠਾ ਹੋਇਆ। 300 ਤੋਂ ਉੱਪਰ ਉੱਥੇ ਇਕੱਠੇ ਹੋਏ ਨੌਜਵਾਨ ਤੇ ਬਜ਼ੁਰਗ ਪਾ ਕੇ। ਸਾਰਿਆਂ 'ਚ ਚਾਅ ਸੀ ਵੀ ਕਮੇਟੀ ਨਵੀਂ ਬਦਲੀ, ਅਸੀਂ ਕੰਮ ਕਰਨਾ ਹੈ। ਇਹਨਾਂ ਨੇ 2 ਤਰੀਕ ਨੂੰ ਚਿੱਠੀ ਪਾਤੀ ਵੀ ਇਹ ਸਾਰਾ ਇਲੀਗਲ ਆ, ਇਹ ਪਾਓ, ਆਓ ਇੱਥੇ ਆਓ। ਉੱਥੇ ਅਸੀਂ ਸਾਰੇ ਜਿਹੜੇ ਸਿੰਘ ਸੀਗੇ, ਇਹਨਾਂ ਨੇ ਸੋਚਿਆ ਵੀ ਅਸੀਂ ਅਜੇ ਗੁਰਪੁਰਬ ਤੋਂ ਬਾਅਦ ਜਾਵਾਂਗੇ, ਪਰ ਇਹਨਾਂ ਨੇ ਕਿਹਾ ਨਹੀਂ ਤੁਸੀਂ ਪਹਿਲਾਂ ਆਓ। ਅਸੀਂ ਆ ਗਏ। ਆਉਣ ਤੋਂ ਬਾਅਦ ਪਹਿਲਾਂ ਤੇ ਸਾਨੂੰ ਬਾਹਰ ਬਿਠਾ ਦਿੱਤਾ ਗਿਆ। ਜਿਹੜੇ ਲੀਗਲੀ ਮੈਂਬਰ ਆ ਸਾਡੇ 3 ਬੰਦਿਆਂ ਨੂੰ ਅੰਦਰ ਵਾੜਿਆ ਗਿਆ, ਔਰ ਜਿਹੜੇ ਮੈਂਬਰ ਨਹੀਂ ਸੀ ਉਹਨਾਂ ਨੂੰ ਅੰਦਰ ਵਾੜਿਆ ਹੋਇਆ ਸੀ। ਦੇਖੋ ਇੱਕ ਪਾਸਾ ਵੀ ਸੁਣਨ ਦੀ ਬਜਾਏ, ਕੋਈ ਕਿਸੇ ਦੀ ਦਲੀਲ ਸੁਣਨ ਦੀ ਬਜਾਏ ਉੱਥੇ ਇੱਕ ਤਰਫਾ ਸਾਰਾ ਕੁਝ ਕੀਤਾ ਗਿਆ ਆ। ਔਰ ਇਹ ਬੜੇ ਦੁੱਖ ਦੀ ਗੱਲ ਆ ਕਿ ਇੰਨਾ ਵੱਡਾ ਤਖਤ ਜਿਹਦੇ ਉੱਤੇ ਬੜੀ ਆਸਥਾ ਆ। ਅੱਗੇ ਜਿਹੜੇ ਐਲੀਗੇਸ਼ਨ ਇੱਥੇ ਲੱਗਦੇ ਸੀ ਵੀ ਇਹ ਜਿਹੜੇ ਸਾਡੇ ਜਥੇਦਾਰ ਸਾਹਿਬ ਨੇ, ਇਹ ਜਸਟ ਇੱਕ ਟੇਪ ਰਿਕਾਰਡ ਨੇ, ਉਹ ਚੀਜ਼ ਹੀ ਅੱਜ ਸਾਨੂੰ ਹੁੰਦੀ ਨਜ਼ਰ ਆ ਰਹੀ ਆ। ਔਰ ਇਹ ਅਸੀਂ ਇਹ ਕਹਿ ਸਕਦੇ ਹਾਂ ਕਿ ਫੈਸਲਾ ਵੀ ਦਿੱਤਾ ਗਿਆ ਕਿ ਜਿਹੜੀ ਚੋਣ ਹੋਈ ਆ ਕਮੇਟੀ ਦੀ, ਇਹ ਗੈਰ ਸੰਵਿਧਾਨਿਕ ਆ ਤੇ ਪਿਛਲੀ ਜਿਹੜੀ ਕਮੇਟੀ ਆ ਉਹ ਜਿਹੜੇ ਉਹਦੇ ਨਾਲ ਕੰਮ ਕਰਦੇ। ਦੇਖੋ ਜੀ, ਜਿਹੜੀ ਚੋਣ ਹੋਈ ਆ ਨਾ, ਉਹ ਸੰਵਿਧਾਨਕ ਚੋਣ ਆ। ਸਰ ਜੀ ਸੁਣੋ, ਜਿਹੜੀ ਚੋਣ ਹੋਈ ਆ, ਮੇਰੀ ਗੱਲ ਸੁਣੋ, ਜਿਹੜੀ ਚੋਣ ਹੋਈ ਆ ਉਹ ਜਿਹੜੀ ਚੋਣ ਸੀਗੀ, ਉਹ ਸਾਡੇ ਮੀਟਿੰਗ ਕਾਲ ਕੀਤੀ ਸੀ ਇੰਦਰਜੀਤ ਸਿੰਘ ਨੇ। ਗੱਲ ਸੁਣੋ, ਮੇਰੀ ਗੱਲ ਸੁਣੋ, ਢਿੱਲੋਂ ਸਾਹਿਬ ਨੇ ਨਹੀਂ ਕੋਈ ਗੱਲ ਕਰਨੀ। ਉਹ ਮੀਟਿੰਗ ਸੱਦੀ ਸੀ ਇੰਦਰਜੀਤ ਸਿੰਘ ਨੇ। ਇੰਦਰਜੀਤ ਸਿੰਘ ਦੇ ਉੱਤੇ ਜਦੋਂ ਐਲੀਗੇਸ਼ਨ ਲੱਗ ਗਿਆ, ਉਹ ਤਨਖਾਹੀਆ ਹੋ ਗਿਆ, ਤੇ ਫਿਰ ਉਹ ਮੀਟਿੰਗ ਕਾਲ ਦੇ ਵਿੱਚ ਸੰਗਤ ਇਕੱਠੀ ਹੋਈ, ਜਿਸ 'ਚ 5 ਮੈਂਬਰ ਇਕੱਠੇ ਹੋਏ। ਜੇ ਚੱਜ ਉਹਨਾਂ ਨੇ ਉਹਨੂੰ ਕਿਹਾ ਆ ਹਰਬੰਸ ਸਿੰਘ ਨੂੰ ਵੀ ਤੁਸੀਂ ਗੈਰ ਕਾਨੂੰਨ ਅੰਦਰ ਲੈਣ ਦਾ, ਹੈ ਨਾ। ਇਹ ਚੀਜ਼ ਜਿਹੜੀ ਆ ਉਹ ਤੇ ਗੁਰਪੁਰਬ ਨੂੰ ਮੁੱਖ ਰੱਖ ਕੇ ਸੱਦਿਆ ਗਿਆ ਸੀ ਵੀ ਜੇ ਬਾਕੀ ਮੈਂਬਰ ਨਹੀਂ ਆ ਸਕੇ ਤੇ ਇੱਕ ਸਾਹਮਣੇ ਜਿਹੜਾ ਸਮਾਂ ਹੈ ਉਹ ਤੇ ਕੱਟਿਆ ਜਾਏ। ਔਰ ਉਹਦੇ ਨਾਲ ਉਹਨੂੰ ਸ਼ਰਤ ਲਾਈ ਗਈ ਵੀ 11 ਦਿਨ ਲਗਾਤਾਰ ਸੇਵਾ ਕਰੇਗਾ ਤੇ ਫਿਰ ਤੂੰ ਤਨਖਾਹੀਆ ਕੱਟਿਆ ਜਾਏਗਾ, ਅਜੇ ਤੂੰ ਨਾਲ ਬੈਠ ਕੇ ਸਲਾਹ ਕਰ ਲਾ। ਹੁਣ ਉਹਨੂੰ ਗਲਤ ਢੰਗ ਨਾਲ ਲੈ ਗਏ। ਉਹਨੂੰ ਇਲੈਕਸ਼ਨ ਦੇ ਵਿੱਚ, ਇਲੈਕਸ਼ਨ ਇਹਨਾਂ ਥੋੜੀ ਕਰਵਾਇਆ, ਇਲੈਕਸ਼ਨ ਤੇ ਲਿਖਿਆ ਹੋਇਆ ਸੀ 2 ਚੀਜ਼ਾਂ। ਅੱਛਾ, ਜੇ ਇਹਨਾਂ ਦੇ ਮਨ 'ਚ ਬੇਈਮਾਨੀ ਹੁੰਦੀ ਤੇ ਇਹ ਬਾਕੀ ਸਾਰੇ ਅਹੁਦੇ ਬਦਲ ਦਿੰਦੇ। ਇਹਨਾਂ ਨੇ ਤਾਂ ਸਿਰਫ ਜਿਹੜੀਆਂ ਪ੍ਰਧਾਨ ਸਾਹਿਬ ਦੀ ਚੋਣ ਜਿਹੜਾ ਖਾਲੀ ਹੋਈ ਸੀ ਸੀਟ, ਇੱਕ ਉੱਤੇ ਕੀਤੀ, ਇੱਕ ਜਨਰਲ ਸੈਕਟਰੀ ਸਾਹਿਬ ਜਿਹੜੇ ਤਨਖਾਹੀਆ ਹੋਣ ਕਰਕੇ ਨਿਕਟ ਭਵਿੱਖ ਦੇ ਵਿੱਚ ਉਹਨਾਂ ਦਾ ਕੋਈ ਉਮੀਦ ਨਹੀਂ ਸੀ ਵੀ ਛੇਤੀ ਸੇਵਾ ਤੇ ਵਾਪਸ ਆਉਣਗੇ, ਉਹਨਾਂ ਦੀ ਜਗ੍ਹਾ ਫੁੱਲਫਿਲ ਕੀਤੀ। ਔਰ ਇਹ ਕੋਈ ਵੱਡੀ ਗੱਲ ਨਹੀਂ ਸੀ, ਬਾਅਦ 'ਚ ਬੈਠ ਕੇ ਸਾਰਾ ਕੁਝ ਹੋ ਸਕਦਾ ਸੀ ਉੱਥੇ। ਪਰ ਗਿਆਨੀ ਇਕਬਾਲ ਸਿੰਘ ਹੁਣਾਂ ਨੂੰ ਮੁੜ ਜਥੇਦਾਰ ਬਣਾਉਣ ਦਾ ਜਿਹੜਾ ਫੈਸਲਾ ਲਿੱਤਾ ਗਿਆ ਸੀ ਉਸ ਦਿਨ, ਕਿ ਉਹ ਵੀ ਏਜੰਡੇ ਦੇ ਵਿੱਚ ਸੀ। ਦੇਖੋ, ਗਿਆਨੀ ਇਕਬਾਲ ਸਿੰਘ ਹੋਣਾ ਨੂੰ ਜਿਹੜਾ ਫੈਸਲਾ ਲੈ ਕੇ ਉੱਥੇ ਅੰਦਰ ਲਿਆਂਦਾ ਗਿਆ ਨਾ, ਉਹ ਸਾਡਾ ਫੈਸਲਾ ਨਹੀਂ ਸੀ, ਉਹ ਡਿਸਟ੍ਰਿਕਟ ਜੱਜ ਦਾ ਫੈਸਲਾ ਹੈ। ਔਰ ਡਿਸਟ੍ਰਿਕਟ ਜੱਜ ਸਾਡੇ ਸੰਵਿਧਾਨ ਦਾ ਰਾਖਾ ਹੈ। ਪਰ ਉਹ ਤਾਂ ਬਹੁਤ ਪੁਰਾਣਾ ਫੈਸਲਾ ਨਹੀਂ ਜੀ, ਪੁਰਾਣਾ ਫੈਸਲਾ ਕਿਉਂ? ਉਸ ਫੈਸਲੇ ਦੇ ਵਿਰੁੱਧ ਪਹਿਲੀ ਜਿਹੜੀ ਕਮੇਟੀ ਸੀ ਨਾ, ਪੁਰਾਣਾ ਫੈਸਲਾ ਨਹੀਂ ਆ, ਜਸਟ ਫੈਸਲਾ ਹੈ। ਔਰ ਡਿਸਟ੍ਰਿਕਟ ਜੱਜ ਦਾ ਫੈਸਲਾ ਹੈ।
ਔਰ ਉਹਦੇ ਵਿਰੁੱਧ ਕਦੀ ਇਹ ਹਾਈ ਕੋਰਟ ਜਾਂਦੇ ਸੀ, ਕਦੇ ਸੁਪਰੀਮ ਕੋਰਟ ਜਾਂਦੇ ਸੀ, ਕਿਤੇ ਵੀ ਇਹਨਾਂ ਨੂੰ ਰਾਹਤ ਨਹੀਂ ਮਿਲੀ, ਕਿਤੇ ਵੀ ਇਹਨਾਂ ਨੂੰ ਸਟੇ ਨਹੀਂ ਮਿਲਿਆ। ਜੇ ਸਟੇ ਮਿਲਦਾ ਤੇ ਉਹਨਾਂ ਦਾ ਫੈਸਲਾ ਰੁਕ ਜਾਂਦਾ, ਸਟੇ ਨਹੀਂ ਮਿਲੀ ਔਰ ਇਹਨਾਂ ਨੇ ਗੁਰੂ ਘਰ ਦੇ ਨਜਾਇਜ਼ ਪੈਸੇ 5-6 ਲੱਖ ਰੁਪਈਆਂ ਦੇ ਵਕੀਲ ਇਕੱਠੇ ਕੀਤੇ, ਲੇਕਿਨ ਫਿਰ ਵੀ ਡਿਸਟ੍ਰਿਕਟ ਜੱਜ ਦਾ ਜਿਹੜਾ ਫੈਸਲਾ ਸੀ ਉਹਨੂੰ ਰੱਦ ਨਹੀਂ ਕੀਤਾ ਹਾਈ ਕੋਰਟ। ਮੁਤਾਬਕ ਤੇ ਜਿਹੜਾ ਗਿਆਨੀ ਇਕਬਾਲ ਸਿੰਘ ਦਾ ਜਿਹੜਾ ਬਣਦਾ ਮਾਨ ਸਨਮਾਨ ਸੀ ਜਾਂ ਜਿਹੜਾ ਪੱਤਾ ਸੀ ਉਹਨਾਂ ਦਾ ਉਹ ਦੇਣਾ ਬਣਦਾ। ਹਾਂ, ਦੇਣਾ ਬਣੇਗਾ, ਬਿਲਕੁਲ ਦਿੱਤਾ ਜਾਏਗਾ, ਬਿਲਕੁਲ ਦਿੱਤਾ ਜਾਏਗਾ। ਔਰ ਉਹ ਗਿਆਨੀ ਇਕਬਾਲ ਸਿੰਘ ਜੀ ਜਿਹੜੇ ਆਏ ਨੇ ਬਿਲਕੁਲ ਕਾਨੂੰਨ ਦੇ ਦਾਇਰੇ 'ਚ ਆਏ ਨੇ ਔਰ ਡਿਸਟ੍ਰਿਕਟ ਜੱਜ ਕੋਈ ਸਾਡਾ ਓਪਰਾ ਨਹੀਂ ਆ। ਡਿਸਟ੍ਰਿਕਟ ਜੱਜ ਬੜੇ ਚਿਰ ਦਾ 3 ਮੈਂਬਰ ਸਾਨੂੰ ਦਿੰਦਾ ਹੈ। ਗਿਆਨੀ ਇਕਬਾਲ ਸਿੰਘ ਨੇ ਆਪਣੇ ਪੱਖ ਰੱਖੇ ਸੀ, ਇਹਨਾਂ ਨੇ ਵੀ ਆਪਣੇ ਪੱਖ ਰੱਖੇ ਸੀ। ਗਿਆਨੀ ਇਕਬਾਲ ਸਿੰਘ ਦੇ ਪੱਖ ਮਜ਼ਬੂਤ ਸੀ ਤੇ ਉਹਨਾਂ ਨੂੰ ਉਸ ਚੀਜ਼ ਦੇ ਵਿੱਚ ਹਾਂ, ਉਹਨਾਂ ਨੂੰ ਜਿੱਤ ਮਿਲੀ। ਗਿਆਨੀ ਇਕਬਾਲ ਉਹ ਕੇਸ ਚੱਲਿਆ, ਕੇਸ ਚੱਲਣ ਤੋਂ ਬਾਅਦ ਡਿਸਟ੍ਰਿਕਟ ਜੱਜ ਨੇ ਗਿਆਨੀ ਇਕਬਾਲ ਸਿੰਘ ਜੀ ਦੇ ਹੱਕ 'ਚ ਫੈਸਲਾ ਦਿੱਤਾ। ਇਸ ਕਰਕੇ ਦਿੱਤਾ ਵੀ ਗਿਆਨੀ ਇਕਬਾਲ ਸਿੰਘ ਦਾ ਤਨਖਾਹੀਆਂ ਦੇ ਇਹ ਦੇਖੋ ਬੜੇ ਦੁੱਖ ਦੀ ਗੱਲ ਆ ਨਾ। ਹੁਣ ਗਿਆਨੀ ਇਕਬਾਲ ਸਿੰਘ ਦਾ ਕੀ ਕਸੂਰ ਹੈਗਾ? ਇੱਕ ਮਿੰਟ, ਗਿਆਨੀ ਇਕਬਾਲ ਸਿੰਘ ਦਾ ਕੀ ਕਸੂਰ ਆ? ਉਹਦੇ ਡਿਸਟ੍ਰਿਕਟ ਜੱਜ ਨੇ ਜੋ ਫੈਸਲਾ ਦਿੱਤਾ, ਗਿਆਨੀ ਇਕਬਾਲ ਸਿੰਘ ਉਹਦੇ ਬਿਹਾਫ ਤੇ ਅੰਦਰ ਗਏ। ਪਰ ਜੇ ਗਿਆਨੀ ਇਕਬਾਲ ਸਿੰਘ ਇੱਕ ਮਿੰਟ ਜੀ, ਗਿਆਨੀ ਇਕਬਾਲ ਸਿੰਘ ਨੂੰ ਕਿਸ ਤਰ੍ਹਾਂ ਤਨਖਾਹੀਆਂ ਕਰਾਰ ਦੇ ਦਿੱਤਾ? ਸਵੇਰੇ ਤੋਂ ਪੇਸ਼ ਹੋ ਕੇ ਗਏ ਨੇ। ਮੈਨੂੰ ਇਹ ਸਮਝ ਸੁਣਿਆ ਨਹੀਂ, ਬਾਅਦ ਚ ਉਹਨਾਂ ਨੂੰ ਕਿਹਾ ਮੈਨੂੰ ਇਹ ਸਮਝ ਨਹੀਂ ਆਈ ਵੀ ਇਹ ਕਿੰਨੀ ਵੱਡੀ ਧੱਕੇਸ਼ਾਹੀ। ਜੋਲ ਸਾਹਿਬ ਇਹ ਦੱਸੋ ਕਿ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ? ਨਹੀਂ, ਬਿਲਕੁਲ ਨਹੀਂ ਜੀ, ਇਹ ਗੱਲ ਬਿਲਕੁਲ ਗਲਤ ਆ, ਨਜਾਇਜ਼ ਆ, ਵਨ ਸਾਈਡਡ ਆ। ਇਹ ਗੱਲ ਨਹੀਂ ਹੋਣੀ ਚਾਹੀਦੀ। ਜਿਸ ਤਰ੍ਹਾਂ ਹੋਈ ਹੈ ਇਸ ਤਰ੍ਹਾਂ ਨਹੀਂ। ਏਡੇ ਵੱਡੇ ਤਖਤ ਦਾ ਮਾਣ ਸਨਮਾਨ ਜਿਸ ਤਰ੍ਹਾਂ ਲੋਕ ਅੱਜ ਕੱਲ੍ਹ ਦੇਖੋ ਪੰਜਾਬ ਦੇ ਵਿੱਚ ਲਾ ਲਓ, ਪੰਜਾਬ ਤੋਂ ਬਾਹਰ ਲਾ ਲਓ, ਦੁਨੀਆ ਭਰ ਦੇ ਸਿੱਖ ਸੰਗਤ ਇਸ ਗੱਲ ਦਾ ਵਿਰੋਧ ਕਰਦੀ ਆ ਕਿ ਇੱਥੋਂ ਕਾਲਪੀਟ ਫੈਸਲੇ ਹੁੰਦੇ ਆ। ਔਰ ਉਹ ਗੱਲ ਇਹਨਾਂ ਨੇ ਮੁੜ ਕੇ ਦੁਬਾਰਾ ਦੁਹਰਾਤੀ ਆ ਕਿ ਫੈਸਲੇ ਜਿਹੜੇ ਕਾਲਪੀਟ ਨੇ। ਦੇਖੋ ਜੇ ਇਹਨਾਂ ਨੂੰ ਇਹ ਧਰਮ ਦੀ ਗੱਲ ਕਰਨ ਤੇ ਆਏ ਆ, ਇੱਥੇ ਬੀੜ ਸਾਹਿਬਾਂ ਦੇ ਮਹਾਰਾਜ ਦੀ ਸਰੂਪਾਂ ਦੇ ਇੰਨੇ ਰੌਲੇ ਆ ਹੈ, ਉਹਦੇ ਉੱਤੇ ਕੋਈ ਅਜੇ ਤੱਕ ਕਾਰਵਾਈ ਨਹੀਂ ਹੋਈ। ਫਿਰ ਰਾਮ ਰਹੀਮ ਨੂੰ ਮਾਫੀ ਦੇਣ ਜਿਨ੍ਹਾਂ ਨੇ ਮਾਫੀ ਦਿੱਤੀ ਆ, ਕੀ ਉਹਨਾਂ ਨੂੰ ਤਨਖਾਹੀਆਂ ਕਰਨਗੇ? ਅਸੀਂ ਇਹਨਾਂ ਕੋਲ ਪੁੱਛਦੇ ਹਾਂ। ਦੂਜੀ ਗੱਲ ਅਸੀਂ ਇਹ ਕਹਿਣੀ ਚਾਹੁੰਦੇ ਆ ਕਿ ਰਾਮ ਰਹੀਮ ਨੂੰ ਮਾਫੀ ਦੇਣ ਦੇ ਚੱਕਰ 'ਚ 90 ਲੱਖ ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ਼ਤਿਹਾਰਾਂ ਤੇ ਲੱਗਾ, ਕੀ ਉਹ ਵਾਪਸ ਆਊਗਾ? ਇਹ ਸਾਰੀਆਂ ਗੱਲਾਂ ਵੱਲ ਲੋਕ ਇਹਨਾਂ ਕੋਲ ਪੁੱਛ ਰਹੇ ਰੋਜ਼ ਸਵਾਲ। ਇਹਨਾਂ ਨੇ ਹੋਰ ਨਵਾਂ ਸਵਾਲ ਖੜਾ ਕਰਤਾ। ਇਹਨਾਂ ਦਾ ਏਜੰਡਾ ਹੈ ਕਿ ਕਿਸੇ ਵੀ ਕੀਮਤ ਦੇ ਉੱਤੇ ਉੱਥੇ ਸਾਡਾ ਪ੍ਰਧਾਨ ਲੱਗੇ ਤੇ ਸਾਡੇ ਹੀ ਮਨ ਮੁਤਾਬਕ ਉੱਥੇ ਲੱਗੇ ਜਥੇਦਾਰ। ਪਰ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਵੀ ਪ੍ਰਧਾਨ ਲੱਗੇ ਰਹੇ ਨੇ, ਮੱਕੜ ਸਾਹਿਬ ਰਹੇ ਨੇ, ਲਹੂਵਾਲ ਸਮੇਂ-ਸਮੇਂ ਸਿਰ ਜਦੋਂ ਉੱਥੇ ਦੇ ਦੇਖੋ ਇੱਕ ਮੈਂਬਰ, ਦੇਖੋ ਉੱਥੇ ਦੇ ਬਾਕੀ ਮੈਂਬਰਾਂ ਦਾ ਵੱਡਾ ਦਿਲ ਆ ਜਿਹੜਾ ਵੱਡੀ ਸੰਸਥਾ ਨੂੰ ਆਪਣਾ ਵੱਡਾ ਮੰਨ ਕੇ ਚੱਲਦਾ ਰਿਹਾ। ਨਹੀਂ ਤੇ ਇੱਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂਦਾ ਹੈ, ਬਾਕੀ 13-14 ਮੈਂਬਰ ਦੂਜੇ ਹੁੰਦੇ ਆ। ਉਹ ਇਹਨਾਂ ਨੂੰ ਸਤਿਕਾਰ ਵਜੋਂ ਜੇ ਮੰਨਦੇ ਰਹੇ ਆ ਤਾਂ ਉਹਦਾ ਗਲਤ ਅਰਥ ਕੱਢ ਕੇ ਦਬਦਬਾ ਜਾਂ ਪੱਕੀ ਮਾਲਕੀ ਬਣਾਉਣੀ ਤੇ ਨਹੀਂ ਨਾ ਚਾਹੀਦੀ। ਉਹ ਤੇ ਅਸੀਂ ਸਾਡੇ ਲੋਕਾਂ ਦਾ ਵੱਡਾ ਦਿਲ ਆ ਉੱਥੇ ਦੇ ਬੰਦਿਆਂ ਦਾ ਕਿ ਅਸੀਂ ਸਾਰੇ ਰਲ ਕੇ ਇੱਕ ਵੱਡੀ ਸੰਸਥਾ ਦੇ ਮੁਖੀ ਨੂੰ ਆਪਣਾ ਮੁਖੀ ਬਣਾਉਂਦੇ ਰਹੇ ਆ। ਵੋਟ ਤੇ ਇਹਨਾਂ ਦੀ ਇੱਕੋ ਰਹਿੰਦੀ ਰਹੀ ਆ ਨਾ, ਇੱਕੋ ਰਹਿੰਦੀ ਰਹੀ ਆ। ਔਰ ਬਾਕੀ 14 ਬੰਦੇ ਰਲ ਕੇ 15ਵੇਂ ਬੰਦੇ ਨੂੰ ਆਪਣਾ ਪ੍ਰਧਾਨ ਬਣਾਉਂਦੇ ਰਹੇ ਆ। ਪਰ ਹੁਣ ਇਹਨਾਂ ਨੂੰ ਆਸ ਹੈ ਕਿ ਫਿਰ ਮੁੜ ਲੰਗੋਵਾਲ ਨੂੰ ਪ੍ਰਧਾਨ ਬਣਾ ਉਹ ਦੇਖੋ ਆਸਾਂ ਜਿਹੜੀਆਂ ਆ ਸਾਰਿਆਂ ਨੂੰ ਹੁੰਦੀਆਂ ਆ। ਉਹ ਹੁਣ ਗੁਰੂ ਕਲਗੀਧਰ ਪਾਤਸ਼ਾਹ ਕਿਹਦੀ ਆਸ ਕਿਹੜੀ ਪੂਰੀ ਕਰਨਗੇ ਉਹ ਤੇ ਉਹੀ ਜਾਣਨ। ਠੀਕ ਹੈ ਜੀ।